ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਤ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤੈਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਜੋ ਸ਼ਾਮ ਦੇ ਸਮੇਂ ਆਪਾਂ ਨੂੰ ਸਤਸੰਗ ਘੜੀਆਂ ਪ੍ਰਾਪਤ ਹਨ। ਦਸਾਂ ਪਾਤਸ਼ਾਹੀਆਂ ਦਾ ਸੋਹਣਾ ਸੁੰਦਰ ਇਤਿਹਾਸ ਜੋ ਕਿ ਬਹੁਤ ਹੀ ਸਤਿਕਾਰਯੋਗ ਸੰਤ ਰੇਣ ਕਵੀ ਪ੍ਰੇਮ ਸਿੰਘ ਜੀ ਜੋ ਭਾਈ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਉਹਨਾਂ ਦੀ ਅੰਸ਼ ਵੰਸ਼ 12ਵੀਂ ਪੀੜ੍ਹੀ ਵਿੱਚੋਂ ਸਨ। ਉਹਨਾਂ ਨੇ ਬਹੁਤ ਪ੍ਰੇਮ ਤੇ ਸਤਿਕਾਰ ਨਾਲ ਜੋ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਇਤਿਹਾਸ ਗ੍ਰੰਥ ਛੰਦਾਬੰਦੀ ਅੰਦਰ ਲਿਖਿਆ ਹੈ, ਉਸ ਦੀ ਲੜੀਵਾਰ ਜੋ ਕਥਾ ਹੈ ਉਹ ਚੱਲ ਰਹੀ ਹੈ। ਕੱਲ੍ਹ ਆਪਾਂ ਜੋ 7ਵੇਂ ਘਰ ਦੇ ਪ੍ਰਸੰਗ ਕਿ ਕਿਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ ਹੈ ਪੰਡਤ ਦੇਵਦੱਤ ਜਿਹਦੇ ਕੋਲੇ ਮਹਾਰਾਜ ਨੂੰ ਸੰਸਕ੍ਰਿਤ ਪੜ੍ਹਨ ਵਾਸਤੇ ਭੇਜਿਆ। ਗੁਰੂ ਸਾਹਿਬ ਜੀ ਨੇ ਉਸ ਤੇ ਕਿਰਪਾ ਕੀਤੀ, ਉਹਦਾ ਕਲਿਆਣ ਕੀਤਾ। ਇਸ ਉਪਰੰਤ ਦੂਜਾ ਪ੍ਰਸੰਗ ਜੋ ਮਹਾਰਾਜ ਨੇ ਖੇਤ ਹਰਾ ਭਰਾ ਕਰਨਾ, ਜੋ ਗਊਆਂ ਮੱਝਾਂ ਨੇ ਚਰ ਲਿਆ ਸੀ, ਉਹ ਅਚਰਜ ਕੌਤਕ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਦੀਆਂ ਕਿਰਪਾ ਤਾਂ ਰਾਏ ਬੁਲਾਰ ਦੀ ਅਚਰਜਤਾ ਇਹ ਵੇਖ ਕੇ ਸ਼ਰਧਾ ਬੱਝੀ ਹੈ। ਫਿਰ ਉਹਨਾਂ ਨੇ ਇੱਕ ਐਸਾ ਕੌਤਕ ਵੇਖਿਆ ਜੋ ਸਰਪ ਨੇ ਛਾਂ ਕਰਨੀ ਮਹਾਰਾਜ ਨੂੰ। ਉਹ ਪ੍ਰਸੰਗ ਕੱਲ ਸਰਵਣ ਕੀਤਾ ਹੈ ਕਿ ਰਾਏ ਬੁਲਾਰ ਫਿਰ ਬਹੁਤ ਹੀ ਜ਼ਿਆਦੇ ਭਾਵਨਾ ਸ਼ਰਧਾ ਜਿਹੜਾ ਹੈ ਉਹ ਮਹਾਰਾਜ ਤੇ ਰੱਖਣ ਲੱਗਿਆ ਹੈ। ਸਾਰੇ ਤਲਵੰਡੀ ਨਗਰ ਦੇ ਵਿੱਚ ਮਹਾਰਾਜ ਦੀ ਘਰ ਘਰ ਵਿੱਚ ਮਹਿਮਾ ਹੋਣ ਲੱਗੀ ਹੈ। ਆਓ ਅੱਗੇ ਅਸ਼ਟਮ ਮੰਦਰ ਦੇ ਵਿੱਚ ਹੀ ਇੱਕ ਪ੍ਰਸੰਗ, ਫਿਰ ਉਦੋਂ ਬਾਅਦ ਨਵਮੋ ਮੰਦਰ 9ਵਾਂ ਜਿਹੜਾ ਘਰ ਹੈ ਉਹਦੇ ਪ੍ਰਸੰਗ ਲੜੀ ਤਹਿਤ ਪਿਆਰ ਤੇ ਸਤਿਕਾਰ ਨਾਲ ਸਰਵਣ ਕਰੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਨਾਨਕ ਸ਼ਾਹੀ ਤੇਰਮੋ ਚੜਿਓ ਜਬ ਸੰਸਾਰ। ਜਦੋਂ ਭਾਈ ਨਾਨਕ ਸ਼ਾਹੀ ਸੰਮਤ 13ਵਾਂ ਭਾਵ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਜਦੋਂ ਸਰੀਰ ਕਰੂਬੇ 13ਵਾਂ ਸਾਲ ਜਿਹੜਾ ਹੈ ਉਹ ਸੰਸਾਰ ਵਿੱਚ ਚੜਿਆ ਹੈ। ਸ਼ਰਧਾ ਨਰ ਨਾਰੀ ਕਰਹਿ ਅਦਕ ਸੋਰਾਏ ਬੁਲਾਰ। ਮਾਈ ਭਾਈ ਹੁਣ ਮਹਾਰਾਜ ਤੇ ਬਹੁਤ ਸ਼ਰਧਾ ਕਰਦੇ ਨੇ। ਰਾਏ ਬੁਲਾਰ ਤੇ ਬਹੁਤ ਜ਼ਿਆਦਾ ਹੀ ਭਾਈ ਸ਼ਰਧਾ ਧਾਰਦਾ ਹੈ। ਚੌਪਈ ਤਲਵੰਡੀ ਬਹੁ ਸਾਧੂ ਆਵਹਿ। ਤਲਵੰਡੀ ਦੇ ਵਿੱਚ ਬਹੁਤ ਭਾਈ ਸਾਧੂ ਸੰਤ ਉਹ ਆਉਂਦੇ ਹਨ। ਸਤਿਗੁਰ ਤਿਨ ਕੀ ਸੇਵ ਕਰਾਵਹਿ। ਗੁਰੂ ਮਹਾਰਾਜ ਐਸਾ ਲੋਕਾਂ ਨੂੰ ਕਹਿੰਦੇ ਭਾਈ ਗੁਰਮੁਖਾਂ ਸਾਧੂਆਂ ਦੀ ਸੇਵਾ ਕਰਨੀ ਚਾਹੀਦੀ ਹੈ। ਸੇਵਾ ਕਰਾਉਂਦੇ ਹਨ। ਨਤਰ ਗ੍ਰਾਮ ਤੇ ਦੂਰ ਰਹਾਵਹਿ। ਨਹੀਂ ਤਾਂ ਫਿਰ ਬਹੁਤਾ ਸਮਾਂ ਨਗਰ ਤੋਂ ਦੂਰ ਪਾਸੇ ਰਹਿੰਦੇ ਹਨ। ਅਦਕ ਕਿਸੂ ਸੰਗ ਪ੍ਰੀਤ ਨ ਲਾਵਹਿ। ਬਹੁਤੀ ਕਿਸੇ ਨਾਲ ਪ੍ਰੀਤੀ ਨਹੀਂ ਲਾਉਂਦੇ ਨੇ। ਕਾਲ ਬਿਤਾਵਹਿ ਰਹਿ ਇਕਾਕੀ। ਇਕਾਂਤ ਰਹਿ ਕੀ ਹੁਣ ਬਹੁਤਾ ਸਮਾਂ ਬਤੀਤ ਕਰਦੇ ਨੇ। ਬੋਲਨ ਮਿਲਨ ਨਾ ਲੈ ਸੁਧ ਕਾਂਕੀ। ਨਾ ਕਿਸੇ ਨਾਲ ਬਹੁਤਾ ਬੋਲਦੇ ਆ ਨਾ ਮਿਲਦੇ ਹੈ। ਕਿਸੇ ਦੀ ਕੋਈ ਸੁਧ ਨਹੀਂ ਲੈਂਦੇ ਹਨ। ਏਕ ਦਿਵਸ ਬ੍ਰਿਛ ਬਹੁ ਸੁੰਦਰ। ਇੱਕ ਦਿਨ ਦੀ ਗੱਲ ਹੈ ਕਿ ਇੱਕ ਬਹੁਤ ਹੀ ਸੋਹਣਾ ਹਰਾ ਭਰਾ ਦਰਖਤ ਸੰਘਣੀ ਛਾਵ ਬੈਠੇ ਗੁਣ ਮੰਦਰ। ਉਹਦੀ ਸੰਘਣੀ ਛਾਂ ਸੀ ਜਿਹਦੇ ਹੇਠਾਂ ਛਾਂ ਤੇ ਮਹਾਰਾਜ ਬੈਠੇ ਹਨ। ਗੁਣਾਂ ਦੇ ਮੰਦਰ ਕਹੀਏ ਗੁਣਾਂ ਦੇ ਘਰ। ਜਬ ਦਿਨ ਕੇ ਜੁਗ ਪਹਿਰ ਬਿਤਾਏ। ਜਦੋਂ ਦਿਨ ਦੇ 2 ਪਹਿਰ ਬੀਤ ਗਏ ਨੇ ਭਾਵ ਦੁਪਹਿਰਾ ਹੋਇਆ ਹੈ। ਦੁੱਖ ਮੋਚਨ ਲੋਚਨ ਅਲਸਾਏ। ਦੁੱਖਾਂ ਨੂੰ ਕੱਟਣ ਵਾਲੇ ਸਤਿਗੁਰਾਂ ਦੇ ਨੇਤਰ ਅਲਸਾਏ ਹਨ। ਸੁੰਦਰ ਬਸਤਰ ਵਿਛਾਏ ਬਸੌਨਾ। ਸੋਹਣਾ ਸੁੰਦਰ ਵਸਤਰ ਵਿਛਾਉਣਾ ਵਿਛਾਇਆ ਹੈ। ਪੌਡੇ ਪੁਨ ਕਿਰਪਾ ਕੇ ਭਾਉਨਾ। ਫਿਰ ਭਾਈ ਉਸ ਉੱਤੇ ਕਿਰਪਾ ਦੇ ਘਰ ਭੌਨ ਨਾਮ ਕਰਦਾ ਹੈ। ਸਤਿਗੁਰੂ ਜੀ ਪੈ ਗਏ ਹਨ। ਦੋਏ ਮੁਹੂਰਤ ਜਬਹਿ ਬਿਤਾਵਾ। ਜਦੋਂ ਪਿਆਂ ਨੂੰ 2 ਘੜੀਆਂ ਬੀਤੀਆਂ ਨੇ। ਚੱਲ ਬੁਲਾਰ ਤਹਿ ਮਾਰ ਗਿਆ ਵਾ। ਉਸ ਰਸਤੇ ਰਾਏ ਬੁਲਾਰ ਕੁਦਰਤੀ ਉਧਰੋਂ ਲੰਘਿਆ ਆਉਂਦਾ ਸੀ। ਭੇਖ ਅਚੰਭੋ ਮਨ ਬਿਸਮਾਨਾ। ਉਹ ਚੰਬਾ ਵੇਖਿਆ ਮਨ ਵਿੱਚ ਹੈਰਾਨ ਹੋਇਆ ਹੈ। ਉੱਤਰ ਤੁਰੰਗਮ ਤੇ ਤਹਿ ਠਹਿਰਾਨਾ। ਉਹ ਘੋੜੇ ਤੋਂ ਉਤਰਿਆ ਤੇ ਉੱਥੇ ਖੜ ਗਿਆ। ਨਿਜ ਸੰਗੀ ਸੋ ਬਚਨ ਅਲਾਵਾ। ਆਪਣੇ ਨਾਲ ਦੇ ਸੰਗੀਆਂ ਨੂੰ ਇਸ ਤਰ੍ਹਾਂ ਬਚਨ ਕਹਿੰਦਾ ਹੈ। ਦੇਖੋ ਅਚਰਜ ਇਹੋ ਸੁਹਾਵਾ। ਕਹਿੰਦਾ ਦੇਖੋ ਅਚਰਜ ਕੌਤਕ ਕਿੰਨਾ ਸੁਹਾਵਣਾ ਹੈ। ਸੁੰਦਰ ਸੁਖ ਮੰਦਰ ਸੁਤ ਕਾਲੂ। ਜੋ ਬਹੁਤ ਹੀ ਸੁੰਦਰ ਸੁੱਖਾਂ ਦਾ ਘਰ ਬਾਬੇ ਕਾਲੂ ਦਾ ਪੁੱਤਰ। ਸੋਇਓ ਅਜਮਤ ਜਾਸ ਬਿਸਾਲੂ। ਉਹ ਦੇਖੋ ਸੁੱਤਾ ਹੋਇਆ ਹੈ ਜੋ ਮਹਾਨ ਜਿਨ੍ਹਾਂ ਵਿੱਚ ਅਜਮਤਾਂ ਕਰਾਮਾਤਾਂ ਹਨ। ਢਰਗਾ ਸਭ ਪਾਦਕ ਪਰਛਾਵਾ। ਦੇਖੋ ਸਾਰੇ ਦਰਖਤਾਂ ਦੇ ਪਰਛਾਵੇਂ ਢਲ ਗਏ ਨੇ। ਨਹੀਂ ਢਰਿਓ ਜਹ ਇਨ ਸੁਖ ਪਾਵਾ। ਉਹ ਪਰਛਾਵਾਂ ਨਹੀਂ ਢਲਿਆ ਜਿੱਥੇ ਇਹਨਾਂ ਨੇ ਸੁਖ ਪਾਇਆ ਭਾਵ ਆਰਾਮ ਕਰਦੇ ਹਨ। ਨਿਸ਼ਚੈ ਕਲਾਵਾਨ ਅਵਤਾਰਾ। ਇਹ ਤਾਂ ਯਕੀਨਨ ਹੀ ਬਹੁਤ ਕਲਾ ਸ਼ਕਤੀਆਂ ਵਾਲਾ ਅਵਤਾਰ ਹੈ। ਗੁਰਮੁਖੋ ਇਹ ਮਹਾਰਾਜ ਦੀ ਖੇਡ ਹੈ ਨਾ ਵੀ ਕਿਤੇ ਪਰਛਾਵਾਂ ਢਲ ਵੀ ਗਿਆ ਸਰਪ ਨੇ ਛਾਂ ਕਰ ਦੇਣੀ।
ਇਹ ਹੁਣ ਦੁਨੀਆ ਨੂੰ ਸਤਿਗੁਰੂ ਜੀ ਨੇ ਭਲਾ ਕਰਨਾ ਹੈ। ਤੇ ਇਹ ਕੌਤਕ ਕਿਉਂ ਕੀਤੇ ਮਹਾਰਾਜ ਨੇ? ਕਿਉਂਕਿ ਜੇ ਕਿਸੇ ਦਾ ਭਲਾ ਕਰਨਾ ਹੈ ਉਹ ਹੁਣ ਉਹਦਾ ਹੀ ਕਰੂ ਜਿਹਦੀ ਕੋਈ ਸ਼ਰਧਾ ਵੱਜੂਗੀ। ਜੇ ਹੁਣ ਸ਼ਰਧਾ ਹੀ ਹੈ ਨਹੀਂ ਕਿਸੇ ਦਾ, ਭਲਾ ਕੀ ਕਰੂਗਾ ਕੋਈ? ਮਹਾਰਾਜ ਨੇ ਭਲਾ ਕਰਨਾ, ਇਸ ਕਰਕੇ ਐਸੇ ਕੌਤਕ ਕਰ ਰਹੇ ਹੈ ਕਿ ਰਾਏ ਬਲਾਰ ਦਾ ਭਲਾ ਕਰਨਾ ਸੀ ਤਾਂ ਕਿ ਵੇਖ ਕੇ ਉਹਦੀ ਸ਼ਰਧਾ ਵੱਜ ਜੇ। ਕਿਉਂਕਿ ਆਪਾਂ ਕਿਸੇ ਤੋਂ ਪ੍ਰਭਾਵਿਤ ਹੁੰਦੇ ਹਾਂ ਜਦੋਂ ਕੋਈ ਇਸ ਚਰਜ ਕੌਤਕ ਵੇਖਦੇ ਹਾਂ। ਹੋਰ ਕੋਈ ਮਹਾਰਾਜ ਦਾ ਦੁਨੀਆ ਨੂੰ ਪਿੱਛੇ ਲਾਉਣ ਦਾ ਭਾਵ ਨਹੀਂ ਹੈ, ਪਰ ਉਪਕਾਰ ਤਾਂ ਭਲੇ ਦੀ ਹੀ ਗੱਲ ਹੈ। ਇੱਥੇ ਮਹਾਰਾਜ ਨੇ ਐਸੀ ਮਾਇਆ ਖੇਡ ਵਰਤਾਈ ਵੀ ਉਹ ਪਰਛਾਵਾਂ ਸਾਰੇ ਦਰਖਤਾਂ ਦਾ ਟਲ ਗਿਆ, ਪਰ ਉਸ ਦਰਖਤ ਦਾ ਨਹੀਂ ਟਲਿਆ ਜਿਹਦੇ ਛਾਂ ਹੇਠ ਮਹਾਰਾਜ ਪਏ ਹਨ। ਨਿਸ਼ਚੈ ਕਲਾਵਾਨ ਅਵਤਾਰਾ। ਤਾਂ ਯਕੀਨਨ ਹੀ ਇਹ ਤਾਂ ਜਾਣਿਆ ਵੀ ਬਹੁਤ ਵੱਡਾ ਸ਼ਕਤੀ ਵਾਲਾ ਅਵਤਾਰ ਹੈ। ਰਹਿਤ ਦੁਰਾਏ ਆਪਨ ਪਉ ਸਾਰਾ। ਰਹਿਤ ਦੁਰਾਏ ਆਪਨ ਪਉ ਸਾਰਾ। ਆਪਣੀ ਸਾਰੀ ਸ਼ਕਤੀ ਨੂੰ ਛੁਪਾ ਕੇ ਰੱਖਦੇ ਹਨ। ਭਾਵਕ ਬੀਚ ਭਸਮ ਕੇ ਜੈਸੇ। ਇਉਂ ਛੁਪਿਆ ਕੇ ਰੱਖਦੇ ਜਿਵੇਂ ਪਾਵਕ ਬੀਚ ਭਸਮ ਕੇ ਜੈਸੇ, ਜਿਵੇਂ ਸਵਾਹ ਦੇ ਵਿੱਚ ਜਿਹੜੀ ਅੱਗ ਹੈ ਉਹ ਛੁਪੀ ਹੁੰਦੀ ਹੈ। ਤੇਜ ਨ ਲਖਿਓ ਪਰਤ ਹੈ ਕੈਸੇ। ਹੁਣ ਉਹਦਾ ਤੇਜ ਨਹੀਂ ਜਾਣਿਆ ਜਾਂਦਾ ਵੀ ਉਹ ਕਿੰਨਾ ਕੁ ਉਹਦਾ ਤੇਜ ਹੈ। ਸਵਾਹ ਦੇ ਵਿੱਚ ਅਗਨੀ ਜਿਹੜੀ ਹੈ ਜਦੋਂ ਛੁਪੀ ਹੈ। ਪਰ ਜੇ ਲਖਨ ਹਾਰ ਹੈ ਕੋ। ਪਰ ਜਿਹੜਾ ਸਿਆਣਾ ਜੋ ਕੋਈ ਜਾਣਕਾਰ ਹੈ, ਤਹਿ ਨਿਕਾਸ ਸੀਤਹਿ ਦੇਖੋ। ਉਹ ਗੁਰਮੁਖੋ ਸਵਾਹ ਚੋਂ ਅੱਗ ਕੱਢ ਕੇ ਉਹਨੂੰ ਮਗਾ ਕੇ ਉਹਦੇ ਨਾਲ ਭਾਈ ਠੰਡ ਦੂਰ ਕਰ ਲੈਂਦਾ ਹੈ। ਤੋ ਇਸ ਕੀ ਸੇਵਾ ਜੋ ਕਰਹੀ। ਇਹਨਾਂ ਵਿੱਚ ਤੇ ਬੇਅੰਤ ਸ਼ਕਤੀਆਂ ਨੇ। ਇਹ ਤਾਂ ਹੁਣ ਜਿਹਨੇ ਲਾਭ ਪ੍ਰਾਪਤ ਕਰਨਾ ਹੈ ਉਹ ਭਾਈ ਜਿਹੜੇ ਹਨ ਕਰਮਾਂ ਵਾਲੇ ਭਾਗਾਂ ਵਾਲੇ ਉਹ ਕਰ ਲੈਣਗੇ। ਕਹਿੰਦੇ ਤਿਉ ਇਸ ਕੀ ਸੇਵਾ ਜੋ ਕਰਹੀ। ਰਾਏ ਬੁਲਾਰ ਆਪਣੇ ਸਾਥੀਆਂ ਨੂੰ ਕਹਿੰਦਾ ਭਾਈ ਜੋ ਵੀ ਕੋਈ ਇਹਨਾਂ ਦੀ ਭਾਵ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੀ ਸੇਵਾ ਕਰ ਲਵੇਗਾ, ਜਨਮ ਮਰਨ ਤੇ ਕਿਉਂ ਨਾ ਟਰਹੀ। ਉਹ ਭਲਾ ਦੱਸੋ ਕਿਵੇਂ ਨਹੀਂ ਜਨਮ ਮਰਨ ਤੋਂ ਟਲੇਗਾ? ਭਾਵ ਉਹਦਾ ਜਨਮ ਮਰਨ ਕਿਵੇਂ ਨਹੀਂ ਦੁੱਖ ਦੂਰ ਹੋਊਗੇ? ਅਵਸ਼ ਯਕੀਨਨ ਹੀ ਹੋਵੇਗਾ। ਆਗੇ ਬਿਦ ਇੱਕ ਅਚਰਜ ਦੇਖੀ। ਕਹਿੰਦਾ ਪਹਿਲਾਂ ਵੀ ਦੇਖੋ ਇੱਕ ਐਸੇ ਤਰ੍ਹਾਂ ਹੀ ਅਚਰਜ ਕੌਤਕ ਬਿਦ ਦੇਖੀ ਹੈ। ਸਰਪ ਛਾਵ ਕੀ ਪ੍ਰੀਤ ਬਸੇਖੀ। ਜੋ ਪਹਿਲਾਂ ਦੇਖਿਆ ਸੀ ਨਾ ਸੱਪ ਕਿਵੇਂ ਛਾਂ ਕਰੀਬ ਜਾਂਦਾ ਹੈ ਵਿਸ਼ੇਸ਼ ਪ੍ਰੀਤ ਕਰਕੇ। ਅਸਥਿਰ ਰਹੀ ਤਰੋਵਰ ਛਾਇਆ। ਇਹ ਵੀ ਕੌਤਕ ਹੈ ਕਿ ਇਸ ਜਿਹੜਾ ਦਰਖਤ ਹੈ ਇਹਦੀ ਛਾਂ ਸਥਿਰ ਹੈ। ਅਚਰਜ ਹੀ ਜੁਗ ਬਾਰ ਲਖਾਇਆ। ਜੁਗ ਬਾਰ ਦੋ ਵਾਰੀ ਕਹਿੰਦੇ ਐਸਾ ਮੈਂ ਤੇ ਅਚਰਜ ਕੌਤਕ ਹੀ ਵੇਖਿਆ ਹੈ। ਆਸ ਕਹਿ ਬੰਦੇ ਦੋਨੋਂ ਹੱਥਾ। ਇਸ ਤਰ੍ਹਾਂ ਕਹਿ ਕੇ ਉਹਨੇ ਦੋਵੇਂ ਹੱਥ ਜੋੜੇ ਹਨ। ਬੰਧਨ ਕੀ ਧਰ ਪੈ ਧਰ ਮਾਥਾ। ਉਹਨੇ ਧਰਤੀ ਤੇ ਮੱਥਾ ਰੱਖ ਕੇ ਰਾਏ ਬੁਲਾਰ ਨੇ ਬੰਦਨਾ ਕੀਤੀ। ਹਟਿਓ ਦੂਰ ਤੇ ਸ਼ਰਧਾ ਧਾਰੀ। ਇਉਂ ਫਿਰ ਉੱਥੋਂ ਮੁੜ ਪਿਆ। ਦੂਰੋਂ ਹੀ ਮਹਾਰਾਜ ਤੇ ਸ਼ਰਧਾ ਧਾਰ ਲਈ ਹੈ। ਗਮਨਿਓ ਨਗਰ ਹੋਤ ਰਤ ਭਾਰੀ। ਇਉਂ ਬਹੁਤ ਅੰਦਰ ਪ੍ਰੀਤੀ ਪੈਦਾ ਹੋ ਗਈ। ਰਾਏ ਬੁਲਾਰ ਨਗਰ ਨੂੰ ਵਾਪਸ ਆ ਗਿਆ ਹੈ। ਸ਼ੁਭ ਬਿਦ ਕਰਤ ਸੰਕਲਪ ਵਿਕਲਪਾ। ਸ਼ੁਭ ਤਰੀਕੇ ਨਾਲ ਸੰਕਲਪ ਵਿਕਲਪ ਕਰਦਾ ਹੈ। ਫੁਰਨੇ ਪੈਦਾ ਹੋਣੇ, ਫੁਰਨਿਆਂ ਨੂੰ ਸੰਕੋਚਣਾ। ਦਿਨ ਪ੍ਰਤ ਜਹ ਹੋਏ ਭ੍ਰਮ ਅਲਪਾ। ਇਹ ਜਿਹੜਾ ਦਿਨ ਪ੍ਰਤੀ ਹਰ ਰੋਜ਼ ਜਿਹੜੇ ਇਸ ਤਰ੍ਹਾਂ ਦੇ ਭਰਮ ਸੀ ਨਾ, ਫਿਰ ਦਿਨ ਪ੍ਰਤੀ ਦਾਨ ਭਾਈ ਉਸ ਦੇ ਅਲਪ ਹੁਣ ਥੋੜੇ ਹੋਣੇ ਸ਼ੁਰੂ ਹੋ ਗਏ। ਸਦਨ ਜਾਏ ਬੈਸੋ ਹਰ ਖਾਈ। ਘਰ ਜਾ ਕੇ ਬਹੁਤ ਖੁਸ਼ੀ ਨਾਲ ਰਾਏ ਬੁਲਾਰ ਬੈਠ ਗਿਆ ਹੈ। ਕਾਲੂ ਆ ਤਬ ਸਹਿਜ ਸੁਭਾਈ।
ਬਾਬਾ ਕਾਲੂ ਜੀ ਉਸ ਸਮੇਂ ਸਹਿਜ ਸੁਭਾਅ ਆ ਗਏ। ਸਾਦਰ ਤਹਿ ਸ਼ੁਭ ਠੌਰ ਬਿਠਾਇਓ। ਆਦਰ ਦੇ ਨਾਲ ਬਾਬਾ ਕਾਲੂ ਜੀ ਨੂੰ ਚੰਗੀ ਜਗ੍ਹਾ ਤੇ ਬਿਠਾਇਆ ਹੈ। ਬਹੁਰ ਪ੍ਰੇਮ ਸੋ ਬਚਨ ਸੁਨਾਇਓ। ਫਿਰ ਪ੍ਰੇਮ ਨਾਲ ਰਾਏ ਬੁਲਾਰ ਨੇ ਬਾਬਾ ਕਾਲੂ ਜੀ ਨੂੰ ਇਹ ਬਚਨ ਕਹੇ। ਭੂਰ ਭਾਗ ਕੋ ਭਾਂਜਨ ਕਾਲੂ। ਹੇ ਕਾਲੂ, ਤੂੰ ਤਾਂ ਬਹੁਤ ਵੱਡੇ ਭਾਗਾਂ ਦਾ ਹੀ ਭਾਂਡਾ ਹੈ। ਭਾਂਜਨ ਨਾਮ ਭਾਂਡਾ, ਭੂਰ ਕਹੀਏ ਬਹੁਤੇ। ਭੂਰ ਭਾਗ ਕੋ ਭਾਂਜਨ ਕਾਲੂ। ਇਹ ਤੂੰ ਤਾਂ ਬਹੁਤ ਵੱਡੇ ਭਾਗਾਂ ਵਾਲਾ ਬਰਤਨ ਹੈ, ਭਾਂਡਾ ਹੈ। ਆਸ ਸੁਤ ਤੁਮ ਗ੍ਰਹਿ ਭਇਓ ਨਿਹਾਲੂ। ਜੋ ਇਸ ਤਰ੍ਹਾਂ ਦਾ ਪੁੱਤਰ ਤੇਰੇ ਘਰ ਵਿੱਚ ਸਭ ਨੂੰ ਨਿਹਾਲ ਕਰਨ ਵਾਲਾ ਪੈਦਾ ਹੋਇਆ ਹੈ। ਜਾਮਾ ਮੋਹੇ ਤੁਰਕ ਕੋ ਆਹੀ। ਰਾਏ ਬੁਲਾਰ ਕਹਿੰਦਾ ਮੇਰਾ ਜਿਹੜਾ ਜਾਮਾ ਹੈ ਭਾਵ ਜਨਮ ਹੈ ਉਹ ਤੁਰਕਾਂ ਦੇ ਘਰ ਦਾ ਹੈ। ਨਾਤਰ ਮੈਂ ਰੱਖਤੋ ਘਰ ਮਾਹੀ। ਨਹੀਂ ਤਾਂ ਹੇ ਬਾ ਕਾਲੂ, ਤੇਰੇ ਪੁੱਤਰ ਨੂੰ ਨਾਨਕ ਨੂੰ ਮੈਂ ਘਰੇ ਹੀ ਰੱਖ ਲੈਣਾ ਸੀ। ਸ਼ੁਭ ਪੋਸ਼ਾਕ ਤਬ ਰਾਬਨ ਵਾਈ। ਇਸ ਉਪਰੰਤ ਫਿਰ ਬਹੁਤ ਹੀ ਸੁੰਦਰ ਸੋਹਣੀ ਪੁਸ਼ਾਕ ਜਿਹੜੀ ਰਾਏ ਬੁਲਾਰ ਨੇ ਬਣਵਾਈ ਹੈ। ਸ੍ਰੀ ਨਾਨਕ ਜੀ ਕੋ ਪਹਿਰਾਈ। ਸ੍ਰੀ ਗੁਰੂ ਨਾਨਕ ਦੇ ਮਹਾਰਾਜ ਨੂੰ ਭਾਈਓ ਪਹਿਨਾਈ ਹੈ। ਜੋ ਆਵਹਿ ਗੁਰ ਕਾਜ ਪਦਾਰਥ। ਜੋ ਵੀ ਕੋਈ ਭਾਈ ਗੁਰੂ ਦੇ ਕੰਮ ਆਉਣ ਵਾਲਾ ਪਦਾਰਥ ਹੈ, ਸੋ ਮੈਂ ਗਨਹੁ ਭਇਓ ਸਕਾਰਥ। ਕਹਿੰਦਾ ਉਹ ਦੇਖ ਕੇ ਮੈਂ ਜਾਣਾਂਗਾ ਵੀ ਮੇਰਾ ਜੀਵਨ ਸਫਲ ਹੋ ਗਿਆ ਹੈ। ਸੁਨ ਬੁਲਾਰ ਕੀ ਅਸ ਬਿਦ ਬਾਣੀ। ਇਹ ਸੁਣ ਕੇ ਇਸ ਤਰ੍ਹਾਂ ਦੀ ਰਾਏ ਬੁਲਾਰ ਦੀ ਬੋਲ ਬਾਣੀ। ਸ਼ਰਧਾ ਪ੍ਰੇਮ ਬਿਖੈਲ ਪਟਾਨੀ। ਜੋ ਕਿ ਭਾਈ ਸ਼ਰਧਾ ਤੇ ਪ੍ਰੇਮ ਵਿੱਚ ਲਪਾਈਮਾਨ ਸੀ, ਭਿੱਜੀ ਹੋਈ ਸੀ। ਬੋਲਿਓ ਕਾਲੂ ਹੇ ਸੁਨ ਰਾਏ। ਬਾਬਾ ਕਾਲੂ ਜੀ ਕਹਿਣ ਲੱਗੇ, ਹਾਂ ਹੇ ਰਾਏ ਬੁਲਾਰ ਜੀ ਸੁਣੋ। ਮੇਰੇ ਘਰ ਪਰਮੇਸ਼ਰ ਆਏ। ਮੇਰੇ ਘਰ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਹੀ ਆਇਆ ਹੈ। ਮਾਇਆ ਬਹੁ ਸ੍ਰੀ ਪ੍ਰਭ ਜੀ ਦੀਨੀ। ਮੈਨੂੰ ਬਹੁਤ ਧਨ ਪਦਾਰਥ ਪਰਮੇਸ਼ਰ ਵਾਹਿਗੁਰੂ ਨੇ ਦਿੱਤਾ ਹੈ। ਹਮ ਸੁਤ ਕੇ ਹੈ ਸਦਾ ਅਧੀਨੀ। ਅਸੀਂ ਤਾਂ ਆਪਣੇ ਪੁੱਤਰ ਦੇ ਹਮੇਸ਼ਾ ਆਗਿਆਕਾਰ ਹਾਂ। ਸ੍ਰੀ ਨਾਨਕ ਕੀ ਮਾਇਆ ਜੋਈ। ਹਾਂ, ਜੋ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਦੀ ਜਿਹੜੀ ਮਾਇਆ ਹੈ ਨਾ ਪਰਮੇਸ਼ਰ ਦੀ, ਕਬ ਕਬ ਮੁਝ ਭਰਮਾਵਤ ਸੋਈ। ਕਹਿੰਦਾ ਰਾਏ ਬੁਲਾਰ ਬਾਬਾ ਕਾਲੂ ਕਹਿੰਦਾ ਕਦੇ ਕਦੇ ਉਹ ਮੈਨੂੰ ਭਰਮਾ ਦਿੰਦੀ ਹੈ। ਹੇ ਰਾਏ ਜੀ ਆਪ ਸਿਆਣੇ। ਹੇ ਰਾਏ ਬੁਲਾਰ ਜੀ ਤੁਸੀਂ ਆਪ ਸਿਆਣੇ ਹੋ। ਜਿਸ ਪਰ ਕਰੁਣਾ ਸ੍ਰੀ ਭਗਵਾਨ ਨੇ। ਜਿਹਦੇ ਉੱਤੇ ਤੁਹਾਡੀ ਸ੍ਰੀ ਭਗਵਾਨ ਦੀ ਤੁਹਾਡੇ ਤੇ ਕਿਰਪਾ ਹੈ। ਅਸ ਵੱਡ ਪੁਰਖਨ ਸੰਬੰਧੀ ਹੋ ਹੈ। ਐਸਾ ਜਿਹੜਾ ਵੱਡਾ ਪੁਰਖ ਹੈ ਉਹ ਜਦੋਂ ਸੰਬੰਧੀ ਹੋ ਜਾਵੇ। ਹਮਰੇ ਗ੍ਰਹਿ ਮੈਂ ਖੇਲਤ ਜੋ ਹੈ। ਜੋ ਦੇਖੋ ਸਾਡੇ ਘਰ ਵਿੱਚ ਨਾਨਕ ਰੂਪ ਹੋ ਕਰਕੇ ਉਹ ਖੇਲਦਾ ਹੈ, ਸੰਬੰਧ ਬਣ ਕੇ ਆਏ। ਕੋਈ ਪੁੱਤਰ ਦਾ, ਕੋਈ ਪਿਤਾ ਦਾ, ਕੋਈ ਇਹ ਸਾਰੇ ਸੰਸਾਰੀ ਸੰਬੰਧ ਹੈ। ਵੀ ਐਸਾ ਵੱਡਾ ਪੁਰਖ ਕਾਲ ਪੁਰਖ ਸੰਬੰਧੀ ਭਾਵ ਸਾਡਾ ਪੁੱਤਰ ਰੂਪ ਹੋ ਕੇ ਸਾਡੇ ਘਰ ਦੇ ਵਿੱਚ ਖੇਲਦਾ ਹੈ। ਇਹ ਤੁਹਾਡੇ ਤੇ ਵੀ ਕਿਰਪਾ ਹੋਈ। ਕਿਉਂ ਬਾਬਾ ਕਾਲੂ ਜੀ ਜਦੋਂ ਸੁਣਦੇ ਹੁੰਦੇ ਸੀ ਉਦੋਂ ਭਾਵਨਾ ਵੱਜਣੀ, ਫਿਰ ਮਹਾਰਾਜ ਨੇ ਕੋਈ ਕੌਤਕ ਜਿਹਾ ਰਚ ਕੇ ਮਾਇਆ ਪਾ ਦੇਣੀ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ। ਇੱਥੇ ਤੱਕ ਭਾਈ ਜੋ ਇਹ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਪ੍ਰਥਮ ਮਹੱਲੇ ਪਹਿਲੇ ਮਹੱਲੇ ਵਿੱਚ ਨਾਗ ਬਿਰਖ ਛਾਇਆ ਪ੍ਰਸੰਗ ਵਰਣਨੰ ਨਾਮ ਅਸ਼ਟਮੋ ਮੰਦਰ ਹੈ। ਭਾਵ ਸੰਤਰੇਣ ਕਵੀ ਪ੍ਰੇਮ ਸਿੰਘ ਜੀ ਕਹਿ ਰਹੇ ਭਾਈ ਸਰੋਤਿਓ, ਇਹ ਜਿਹੜੇ ਪ੍ਰਸੰਗ ਹੈ ਕਿ ਇੱਥੇ ਤੱਕ ਕਿ 8ਵਾਂ ਘਰ ਪਹਿਲੇ ਮਹੱਲੇ ਦਾ ਜਾਣੋ 8ਵਾਂ ਘਰ ਅਸੀਂ
ਵਰਣਨ ਕਰ ਦਿੱਤਾ ਹੈ। ਦੋਹਰਾ ਅੱਗੇ ਭਾਈ ਨਵਮੋਂ ਘਰ ਦੀ ਗੱਲ, ਨੌਵੇਂ ਘਰ ਦੀ ਭਾਵ ਅੱਗੇ ਹੋਰ ਪ੍ਰਸੰਗ ਦੱਸਦੇ ਹਨ। ਸੁੰਦਰ ਸੁਖ ਮੰਦਰ ਪ੍ਰਭੂ ਆਨੰਦ ਕੰਦ ਮੁਕੰਦ। ਬਹੁਤ ਹੀ ਸੁੰਦਰ ਸੁੱਖਾਂ ਦੇ ਘਰ ਪਰਮੇਸ਼ਰ ਰੂਪ ਸ੍ਰੀ ਗੁਰੂ ਨਾਨਕ ਦੇਵ ਜੀ। ਆਨੰਦ ਕੰਦ ਮੁਕੰਦ, ਆਨੰਦ ਦੇ ਬੱਦਲ, ਮੁਕੰਦ ਕੀ ਮੁਕਤੀ ਦੇ ਦਾਤੇ। ਬਰਖ ਚਤੁਰਦਸਮੋਂ ਚੜਿਓ ਔਰ ਹੈ ਖੇਲ ਸੁਛੰਦ। ਹੁਣ ਭਾਈ ਜਿਹੜਾ ਸਾਲ ਹੈ ਚਤੁਰਦਸਮੋਂ, ਭਾਵ 4 ਤੇ 10, 14ਵਾਂ ਸਾਲ ਚੜਿਆ ਤੇ ਮਹਾਰਾਜ ਹੁਣ ਹੋਰ ਭਾਈ ਐਸੇ ਸੁਤੰਤਰ ਖੇਲ ਖੇਲਦੇ ਹਨ। ਚੌਪਈ ਤੇਹ ਪਾਛੇ ਬੇਦੀ ਕੁਲ ਕੀਤਾ। ਇਸ ਤਰ੍ਹਾਂ ਭਾਈ ਇੱਧਰ ਜੋ ਬੇਦੀ ਕੁਲ ਕੇਤ, ਬੇਦੀ ਵੰਸ਼ ਦੇ ਨਿਸ਼ਾਨ, ਕੁਲ ਦੇ ਨਿਸ਼ਾਨ, ਪੌੜੇ ਰਹੇ ਇਕਾਂਤ ਨਿਕੇਤਾ। ਇਕਾਂਤ ਦੇ ਵਿੱਚ, ਘਰ ਵਿੱਚ ਪਾਸੇ, ਕਿਤੇ ਘਰੇ ਕਿਤੇ ਬਾਹਰ ਪਏ ਰਹਿੰਦੇ ਹਨ। ਸੰਤ ਸੁਮਤ ਜਹ ਸੁਨਹਿ ਬਿਲੋਕਹਿ। ਸ਼ੁਭ ਮਤ ਵਾਲੇ ਸੰਤ ਪੁਰਸ਼ ਉਹ ਜਿੱਥੇ ਕਿਤੇ ਮਹਾਰਾਜ ਉਹਨਾਂ ਬਾਰੇ ਸੁਣਦੇ ਐ ਜਾਂ ਵੇਖਦੇ ਹਨ। ਤਹਿ ਜਾਵਹਿ ਕਬ ਤਜ ਓਕਹਿ। ਉੱਥੇ ਫਿਰ ਮਹਾਰਾਜ ਕਈ ਵਾਰ ਘਰ ਛੱਡ ਕੇ ਉੱਥੇ ਚਲੇ ਜਾਂਦੇ ਨੇ। ਕਰਤ ਸਭਾ ਸੰਤਨ ਕੀ ਸੰਗਤ। ਇਉਂ ਸੰਤ ਪੁਰਸ਼ਾਂ ਗੁਰਮੁਖਾਂ ਦੀ ਸੰਗਤ ਵਿੱਚ ਜਾ ਬਹਿੰਦੇ, ਸਭਾ ਕਰਦੇ। ਨਹਿ ਬੈਠੈ ਗਿਆਤਨ ਕੀ ਪੰਗਤ। ਮਹਾਰਾਜ ਹੁਣ ਜਿਹੜੇ ਗਿਆਤ ਸੰਬੰਧੀ ਐ, ਸਾਖ ਸੰਬੰਧੀ, ਸਕੇ ਸੋਦਰੇ ਜਾਂ ਰਿਸ਼ਤੇ, ਉਹਨਾਂ ਵਿੱਚ ਨਹੀਂ ਬਹਿੰਦੇ ਹਨ। ਨਿਰੰਕਾਰ ਕੀ ਕੀਰਤ ਗਾਥਾ। ਜੋ ਭਾਈ ਗੁਰਮੁਖਾਂ ਵਿੱਚ ਬਹਿੰਦੇ ਨੇ, ਨਿਰੰਕਾਰ ਅਕਾਲ ਪੁਰਖ ਦੀ ਕੀਰਤੀ ਮਹਿਮਾ ਤੇ ਉਸ ਦੀਆਂ ਹੀ ਗਾਥਾ ਕਥਾ। ਕਹਿ ਸੁਨੈ ਤਿਨ ਸੋ ਹਿਤ ਸਾਥਾ। ਇਹ ਉਹਨਾਂ ਨਾਲ ਪ੍ਰੇਮ ਨਾਲ ਕਹਿੰਦੇ ਆ, ਸੁਣਦੇ ਹਨ। ਰੀਤ ਬਿਰਕਤਨ ਕੀ ਚਿਤ ਧਾਰੀ। ਜਿਵੇਂ ਬਿਰਕਤ ਪੁਰਸ਼, ਤਿਆਗੀ ਪੁਰਸ਼ ਕੋਈ ਗਾਹਾਂ ਸੰਸਾਰ ਦਾ ਮਹਾਂਪੁਰਖ ਹੁੰਦਾ ਹੈ, ਉਸ ਤਰ੍ਹਾਂ ਹੁਣ ਮਹਾਰਾਜ ਨੇ ਰੀਤੀ ਭਾਈ ਮਨ ਵਿੱਚ ਧਾਰ ਲਈ। ਤਜੇ ਜੰਜਾਰ ਜੋ ਹੁਤੇ ਸੰਸਾਰੀ। ਜਿਹੜੇ ਸੰਸਾਰੀ ਜੰਜਾਲ ਸੀ ਉਹ ਮਹਾਰਾਜ ਨੇ ਛੱਡ ਦਿੱਤੇ। ਬੈਸ ਗੋਤ ਧਨ ਜਾਤ ਸਮਾਨ। ਕਿਉਂ ਮਹਾਰਾਜ ਜੀ ਉਹਨਾਂ ਵਿੱਚ ਬੈਠਦੇ ਨੇ। ਬੈਸ ਗੋਤ ਧਨ ਜਾਤ, ਵੀ ਜਿਹੜੇ ਕੋਈ ਵੀ ਚਾਹੇ ਧਨੀ ਹੈ ਚਾਹੇ ਗੋਤੀ ਹੈ, ਭਾਵੇਂ ਕੋਈ ਹਮ ਉਮਰ ਹੈ, ਉਹਨਾਂ ਵਿੱਚ ਮਹਾਰਾਜੋਂ ਕੋਲ ਬਹਿੰਦੇ ਹਨ। ਬਚਨ ਸੁਨਨ ਕੀ ਜਿਨ ਰੁਚ ਨਾਨਾ। ਜਿਨ੍ਹਾਂ ਵਿੱਚ ਭਾਈ ਗੁਰੂ ਸਾਹਿਬ ਦੇ ਇਹ ਧਰਮ ਦੇ ਬਚਨ ਸੁਣਨ, ਪਰਮਾਰਥੀ ਬਚਨ ਸੁਣਨ ਦੀ ਬਹੁਤੀ ਰੁਚੀ ਹੁੰਦੀ ਹੈ। ਬੈਸਹਿ ਪਾਸ ਆਨ ਕਰ ਸੋ। ਕਿਉਂ ਉਹ ਹੁਣ ਵਿੱਚ ਪ੍ਰੇਮ ਵਾਲੇ ਜਿਹੜੇ ਹਨ, ਗੁਰੂ ਸਾਹਿਬ ਜੀ ਦੇ ਕੋਲ ਆ ਕੇ ਬਹਿ ਜਾਂਦੇ ਨੇ। ਬਾਲ ਪਨੇ ਮੈਂ ਖੇਲਤ ਜੋ। ਜਿਹੜੇ 5-6 ਸਾਲ ਦੀ ਉਮਰ ਵਿੱਚ ਬਾਲਪਣੇ ਵਿੱਚ ਮਹਾਰਾਜ ਨਾਲ ਖੇਡਦੇ ਸਨ, ਉਹ ਹੁਣ ਮਹਾਰਾਜ ਕੋਲ ਆ ਕੇ ਬਹਿ ਜਾਂਦੇ ਹਨ। ਉਦਾਸੀਨ ਤਿਨ ਸੋ ਤਬ ਐਸੇ। ਇਉਂ ਉਪਰਾਮਤਾ ਸਹਿਤ ਉਹਨਾਂ ਦੇ ਨਾਲ ਫਿਰ ਸਤਿਗੁਰੂ ਜੀ। ਬਿਨਾ ਚੁਨਾਰੀ ਮਿਲ ਹੈ ਜੈਸੇ। ਬਿਨਾ ਚੁਨਾਰੀ, ਜਿਵੇਂ ਕੋਈ ਬਿਨਾ ਜਾਣ ਪਛਾਣ ਵਾਲਾ ਆਪਾਂ ਕਿਸੇ ਉੱਪਰੇ ਆਦਮੀ ਨੂੰ ਮਿਲਦੇ ਹਨ, ਇਸ ਤਰ੍ਹਾਂ ਹੁਣ ਮਹਾਰਾਜ ਉਹਨਾਂ ਨੂੰ ਵੀ ਇਸ ਤਰ੍ਹਾਂ ਹੀ ਮਿਲਦੇ ਨੇ। ਇਹ ਨਹੀਂ ਕਿ ਕੋਈ ਆ ਕੇ ਕਹੇ ਲਾਪਾ ਦਾ ਇਕੱਠੇ ਖੇਡਦੇ ਰਹੇ, ਉਹ ਭਾਵ ਨਹੀਂ ਹੈ। ਗੁਰਮੁਖੋ ਚਾਹੇ ਕੋਈ ਆਪਣਾ ਹਮ ਉਮਰ ਹੈ, ਕਿਸੇ ਵੀ ਗੁਰਮੁਖ ਦੇ ਕੋਲੇ ਕਦੇ ਵੀ ਆਪਾਂ ਇਹ ਨਹੀਂ ਸੋਚ ਕੇ ਹੁਣ ਜਾਣ ਨਾ ਜਾਊ ਹੀ ਨਾ। ਪਰ ਇਹ ਭਾਵਨਾ ਵੀ ਕਈ ਵਾਰ ਹੁੰਦਾ ਨਾ, ਲਾਸੀ ਦਾ ਇਕੱਠੇ ਖੇਡਦੇ ਰਹੇ, ਮੈਂ ਤਾਂ ਨਹੀਂ ਉਹਨੂੰ ਭਾਈ ਫਿਰ ਸਤਿਕਾਰ ਦਿੰਦਾ। ਹੁਣ ਕੋਈ ਗੁਰਮੁਖ ਪਿਆਰਾ ਹੈ, ਉਹਨੇ ਆਪਦੀ ਕਮਾਈ ਕੀਤੀ ਹੈ, ਉਹਦੇ ਪੁੰਨ ਕਰਮ ਸੀ, ਉਹ ਵੱਧ ਗਿਆ, ਤੂੰ ਵੀ ਵੱਧ ਸਕਦਾ ਸੀ ਭਾਈ। ਇਹ ਤਾਂ ਹੁਣ ਆਪਣੀ ਆਪਣੀ ਪਰਾ ਲੱਭਦਾ ਹੈ।
ਇਸ ਕਰਕੇ ਹੁਣ ਕਈ ਹੁੰਦਾ ਕਿੰਨਾ, ਹੁਣ ਕਈ ਦੇਖੋ ਕਿਸੇ ਦਾ ਬਹੁਤ ਸਤਿਕਾਰ ਹੈ, ਤੇ ਜਿਹੜੇ ਹੁਣ ਗਿਆਨੀ ਸਿਆਣੇ ਆ ਉਹ ਹੁਣ ਮਿਲਦੇ ਹਨ, ਪੜ੍ਹਦੇ ਲਿਖਦੇ ਤਾਂ ਨਾਲ ਬਹੁਤ ਹੁੰਦੇ, ਤੇ ਇਸ ਤਰ੍ਹਾਂ ਬੜੇ ਸਤਿਕਾਰ ਨਾਲ ਵੀ ਮਿਲਦੇ ਆ। ਇਹ ਆਪਾਂ ਨੂੰ ਠੀਕ ਹੈ ਵੀ ਆਪਦੇ ਆਪ ਨੂੰ ਮਾਣ ਨਹੀਂ ਕਰਨਾ ਚਾਹੀਦਾ ਵੀ ਮੈਂ ਤਾਂ ਹੁਣ ਸੰਤ ਐ, ਮੈਂ ਤਾਂ ਹੁਣ ਮੈਨੂੰ ਤਾਂ ਦੁਨੀਆ ਨਮਸਕਾਰ ਕਰਦੀ ਹੈ। ਇਹ ਭਾਵਨਾ ਨਾ ਮਨ ਵਿੱਚ ਹੋਵੇ। ਆਪਣੇ ਵੱਲੋਂ ਨਿਮਰ ਭਾਵ ਹੀ ਹੈ, ਲੇਕਿਨ ਜੋ ਭਾਵੇਂ ਕੋਈ ਭਾਈ ਨਾਲ ਪੜਨ ਵਾਲਾ ਖੇਡਣ ਵਾਲਾ ਮਿਲੇ ਉਹਦੇ ਭਾਵਨਾ ਐਸੀ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਦਾ ਹੁਣ ਉਹ ਮਿਲਣ ਆਇਆ ਹੈ, ਜੋ ਮੂਹਰੇ ਹੈ ਕੋਈ। ਇਸ ਕਰਕੇ ਭਾਈ ਇਹ ਭਾਵਨਾ ਹੋਣੀ ਚਾਹੀਦੀ ਹੈ। ਮਹਾਰਾਜ ਹੁਣ ਇਹ ਨਹੀਂ ਵੀ ਇਹ ਤਾਂ ਸਾਡੇ ਮਿੱਤਰ ਹੈ, ਮੈਂ ਇਹਨਾਂ ਨਾਲ ਕੋਈ ਵਿਸ਼ੇਸ਼ ਮਿਲਣਾ ਹੈ, ਨਹੀਂ, ਬਸ ਉਸੇ ਤਰ੍ਹਾਂ ਅਣਜਾਣ ਉਪਰਿਆਂ ਵਾਂਗੂ ਹੀ ਮਿਲਦੇ ਹਨ। ਅਸ ਬਿਦ ਦੇਖ ਮਾਤ ਮਨ ਚਿੰਤਾ। ਇਸ ਤਰ੍ਹਾਂ ਦੇਖ ਕੇ ਹੁਣ ਮਾਤਾ ਦੇ ਮਨ ਵਿੱਚ ਚਿੰਤਾ ਹੁੰਦੀ ਹੈ। ਗਈ ਨਿਕਟ ਜਹ ਹੁਤੇ ਇਕੰਤਾ। ਮਾਤਾ ਤ੍ਰਿਪਤਾ ਗੁਰੂ ਸਾਹਿਬ ਦੇ ਕੋਲ ਗਈ ਜਿੱਥੇ ਮਹਾਰਾਜ ਇਕਾਂਤ ਵਿੱਚ ਬੈਠੇ ਸਨ। ਦਸ਼ਾ ਦੇਖ ਸੁਤ ਕੀ ਬਿਸਮਾਨੀ। ਇਹ ਦਸ਼ਾ ਦੇਖ ਕੇ ਹਾਲਤ ਪੁੱਤਰ ਦੀ ਉਹ ਹੈਰਾਨ ਹੋਈ। ਬੋਲੀ ਮਹਾਪ੍ਰੀਤ ਮਹਿਬਾਨੀ। ਤੇ ਬਹੁਤ ਹੀ ਅੰਦਰ ਪ੍ਰੇਮ ਪ੍ਰੀਤੀ ਧਾਰ ਕੇ ਮਾਤਾ ਤ੍ਰਿਪਤਾ ਨੇ ਬਚਨ ਕਹੇ। ਸੁਨੋ ਤਾਤ ਚਿਤ ਬਾਤ ਵਿਚਾਰੋ। ਹੇ ਪੁੱਤਰ, ਮੇਰੀ ਗੱਲ ਸੁਣ, ਆਪਣੇ ਚਿੱਤ ਵਿੱਚ ਇਸ ਗੱਲ ਨੂੰ ਵਿਚਾਰ ਲੈ। ਨਿਜ ਕਾਰਜ ਕੀਜੈ ਨਿਰਧਾਰੋ। ਦੇਖ ਤੂੰ ਆਪਣੇ ਜਿਹੜੇ ਨਿਜ ਕਾਰਜ ਨੇ ਪਿਤਾ ਪੁਰਖੀ, ਉਹਨਾਂ ਨੂੰ ਤੂੰ ਇਹ ਗੱਲ ਪੱਕੀ ਕਰ ਲੈ, ਉਹ ਕੰਮ ਕਰਿਆ ਕਰ। ਤੁਝ ਕਿਉਂ ਬਨੇ ਫਕੀਰ ਨਿਸੰਗਾ। ਆ ਕੀ ਤੂੰ ਕਿਉਂ ਇਹ ਫਕੀਰ ਜਿਹਾ ਬਣਦਾ ਹੈ, ਫਕੀਰ ਨਿਸੰਗਾ। ਨੰਨੇ ਨੂੰ ਫਕੀਰਾਂ ਨਾਲ, ਹਾਂ। ਤੁਝ ਕਿਉਂ ਬਨੇ ਫਕੀਰਨ ਸੰਗਾ। ਤੈਨੂੰ ਇਹਨਾਂ ਫਕੀਰਾਂ ਦਾ ਸੰਗ ਕਿਉਂ ਬਣਦਾ? ਇਹਨਾਂ ਤੂੰ ਫਕੀਰਾਂ ਦੇ ਵਿੱਚ ਅਜੇ ਤੇਰੀ ਉਮਰ ਕੰਮਕਾਰ ਦੀ ਹੈ, ਤੂੰ ਇਹ ਸਾਧੂਆਂ ਫਕੀਰਾਂ ਦੇ ਸੰਗ ਕਿਉਂ ਬੈਠਦਾ ਹੈ? ਗ੍ਰਹਿਸਤ ਸਾਥ ਕਰੀਏ ਸੋ ਉਮੰਗਾ। ਦੇਖ ਪੁੱਤਰ, ਆਪਾਂ ਤਾਂ ਕੰਮ ਧੰਦੇ ਵਾਲੇ ਆ, ਤੂੰ ਗ੍ਰਸਤੀ ਲੋਕਾਂ ਦਾ, ਜਿਹੜੇ ਘਰ ਪਰਿਵਾਰ ਵਾਲੇ ਲੋਕ ਨੇ ਨਾ, ਉਹਨਾਂ ਦਾ ਸੰਗ ਸਾਥ ਉਤਸ਼ਾਹ ਸਹਿਤ ਕਰਿਆ ਕਰ, ਭਾਵ ਉਹਨਾਂ 'ਚ ਬੈਠਿਆ ਉੱਠਿਆ ਕਰ। ਕਰ ਉਪਾਏ ਜਬ ਦਰਬ ਕਮਾਵੋ। ਪੁੱਤਰ, ਜਦੋਂ ਕੋਈ ਉਪਾਅ ਯਤਨ ਤੂੰ ਕਰੇਗਾ ਤੇ ਧਨ ਕਮਾਵੇਂਗਾ। ਧਨ ਬਿਦ ਸੰਚੋ ਨਿਜ ਘਰ ਲਿਆਵੋ। ਇਹ ਧਨ ਇਤਿਆਦਿਕ ਨੂੰ ਇਕੱਠਾ ਕਰਕੇ ਕੋਈ ਘਰ ਲਿਆਵੇਂਗਾ, ਸੋਹਣਾ ਧਨ ਤੇਰੇ ਕੋਲੇ ਹੋਵੇਗਾ। ਕੋ ਖੱਤਰੀ ਤਬ ਕਰਹਿ ਨਿਹਾਰੂ। ਇਉਂ ਤੈਨੂੰ ਬਾਹਰੋਂ ਧਨ ਕਮਾ ਕੇ ਘਰ ਲਿਆਉਂਦੇ ਨੂੰ ਕੋਈ ਖੱਤਰੀ ਤੈਨੂੰ ਇਸ ਤਰ੍ਹਾਂ ਕੰਮ ਕਰਦੇ ਨੂੰ ਵੇਖ ਲਵੇਗਾ। ਲਖੈ ਕਮਾਊ ਸਹਿ ਪਰਵਾਰੂ। ਉਹ ਜਾਣੂ ਵੀ ਇਹ ਤਾਂ ਕੋਈ ਚੰਗੇ ਪਰਿਵਾਰ ਦਾ ਕਮਾਊ ਪੁੱਤ ਹੈ। ਨਿਜ ਕੰਨਿਆ ਤੁਝ ਦੇ ਵਿਵਾਹੀ। ਤਾਂ ਪੁੱਤਰ, ਕੋਈ ਆਪਣੀ ਲੜਕੀ ਤੈਨੂੰ ਵਿਆਹ ਦੇਵੇਗਾ। ਸੋ ਜਸ ਹੋਏ ਸਭ ਲੋਕਨ ਮਾਹੀ। ਇਹਦੇ ਨਾਲ ਵੇਖ ਤੇਰਾ ਵੀ ਸਾਡਾ ਵੀ ਸਾਰੇ ਲੋਕਾਂ ਵਿੱਚ ਚੰਗਾ ਜਸ ਹੋਵੇਗਾ। ਅਬ ਕਾਜਨ ਤੇ ਲਖੈ ਉਦਾਸੂ। ਆ ਹੁਣ ਜਿਹੜੇ ਤੂੰ ਇਹ ਕੰਮਾਂ ਤੋਂ ਜਾਣਦੇ ਉਦਾਸ ਜਿਹਾ ਰਹਿੰਦਾ ਹੈ। ਮਿਲ ਕਰ ਮਨੁਜ ਕਰਹਿ ਉਪਹਾਸੂ। ਜਿਹੜੇ ਤੈਨੂੰ ਇਉਂ ਜਾਣਦੇ ਨੇ, ਦਾਸ ਜਿਹਾ ਵੇਖਦੇ ਨੇ, ਉਹ ਲੋਕ ਮਿਲ ਕੇ ਉਪਹਾਸੂ ਕਰਦੇ ਆ, ਭਾਵ ਹਾਸਾ ਠੱਠਾ ਮਖੌਲ ਕਰਦੇ ਹਨ। ਕਹਿ ਨਿਲਾਇਕ ਤਿਨ ਕੋ ਤਾਤਾ। ਉਹ ਤਾਂ ਸਾਨੂੰ ਵੀ ਕਹਿੰਦੇ ਨੇ ਵੀ ਇਹਦਾ ਬਾਬੇ ਕਾਲੂ ਦਾ ਪੁੱਤਰ ਤਾਂ ਐਵੇਂ ਨਲਾਇਕ ਹੈ। ਕਛ ਨ ਕ੍ਰਿਤ ਕਰਨ ਕੀ ਗਿਆਤਾ। ਇਹਨੂੰ ਦੇਖੋ ਕੋਈ ਕੰਮ ਕਰਨ ਦੀ ਸੋਝੀ ਨਹੀਂ ਹੈ। ਲਖਹਿ ਦਾਰ ਦੀ ਕੋ ਮਤਹੀਨਾ। ਪੁੱਤਰ, ਕੋਈ ਤੈਨੂੰ ਦਲਿਦਰੀ ਕਹਿੰਦਾ ਜਾਣਦਾ, ਕੋਈ ਕਹਿੰਦਾ ਇਹਦੀ ਬੁੱਧੀ ਘੱਟ ਹੈ। ਕੋ ਭਾਖੈ ਇਹੋ ਬਲ ਤੇ ਛੀਨਾ।
ਕੋਈ ਕਹਿੰਦਾ ਨਹੀਂ ਇਹਦੇ ਸਰੀਰ 'ਚ ਹੀ ਜਾਨ ਹੈ ਨਹੀਂ, ਦੇਖਣ ਨੂੰ ਇਹ ਜਿਹਾ ਲੱਗਦਾ ਹੈ ਵੀ ਇਹਦੇ 'ਚ ਹੈ ਨਹੀਂ, ਕੰਮ ਨਹੀਂ ਇਹ ਕਰ ਸਕਦਾ ਹੈ। ਬੱਜਰ ਸਮਾਨ ਬਚਨ ਉਪਹਾਸੂ। ਪੁੱਤਰ ਜਦੋਂ ਇਹੋ ਜਿਹੀਆਂ ਗੱਲਾਂ ਸੁਣਦੇ ਆ, ਮਾਤਾ ਤ੍ਰਿਪਤਾ ਕਹਿੰਦੀ ਉਹਨਾਂ ਦੇ ਹਾਸੇ ਠੱਠੇ ਮਖੌਲ ਵਾਲੇ ਜਿਹੜੇ ਬੋਲ ਬਚਨ ਹੈ ਨਾ, ਉਹ ਸਾਡੇ ਤਾਂ ਬੱਜਰ ਵਾਂਗੂ ਪੱਥਰਾਂ ਵਾਂਗੂ ਲੱਗਦੇ ਨੇ। ਕਰ ਹੈ ਸ਼ਰੀਕ ਈਰਖਾ ਜਾਸੂ। ਇਸ ਤਰ੍ਹਾਂ ਜਿਹੜੇ ਈਰਖਾ ਕਰਦੇ ਨੇ ਨਾ ਸ਼ਰੀਕ, ਉਹ ਇਹੋ ਜਿਹੀਆਂ ਗੱਲਾਂ ਕਰਦੇ ਹਨ। ਹਰ ਉਰ ਜਰੇ ਜਾਏ ਸੋ ਕੈਸੇ। ਹਰ ਉਰ ਜਰੇ ਜਾਏ ਸੋ ਕੈਸੇ। ਕਹਿੰਦੇ ਵੀ ਇਸ ਤਰ੍ਹਾਂ ਜਿਹੜਾ ਸਾਡਾ ਤਾਂ ਹਿਰਦਾ ਜਲ ਜਾਂਦਾ ਹੈ, ਜਾਏ ਸੋ, ਇਸ ਨੂੰ ਇਹ ਜਲੇ ਹੋਏ ਹਿਰਦੇ ਨੂੰ ਕਿਵੇਂ ਸ਼ਾਂਤ ਕਰੀਏ। ਲੱਗੇ ਘਾਵ ਪਰ ਲੂਣ ਸੋ ਜੈਸੇ। ਉਹਨਾਂ ਦੇ ਜਿਹੜੇ ਬੋਲ ਨੇ ਪੁੱਤਰ, ਜਿਵੇਂ ਜ਼ਖਮ ਤੇ ਲੂਣ ਲੱਗਦਾ ਨਾ, ਸਾਡੇ ਇਉਂ ਲੱਗਦੇ ਹਨ। ਸੰਗਤ ਤਜੋ ਫਕੀਰਨ ਕੇਰੀ। ਇਸ ਕਰਕੇ ਪੁੱਤਰ ਸਾਧੂਆਂ ਫਕੀਰਾਂ ਦੀ ਤੂੰ ਸੰਗਤ ਕਰਨੀ ਛੱਡ ਦੇ। ਪੰਗਤ ਬੈਸੋ ਗਿਆਤਨ ਹੇਰੀ। ਤੂੰ ਦੇਖ ਜਾਣਕਾਰ ਆਪਣੇ ਸਾਖ ਸੰਬੰਧੀ ਸਕੇ ਸੁਧਰੇ ਐ, ਉਹਨਾਂ ਦੀ ਪੰਗਤ ਭਾਵ ਉਹਨਾਂ ਦੇ ਵਿੱਚ ਉੱਠਣੀ ਬੈਠਣੀ ਕਰ। ਜੀਓ ਨ ਲਾਗੈ ਕੋ ਬਾਤਾ। ਇਉਂ ਭਾਈ ਮਹਾਰਾਜ ਜੀ ਦਾ ਕਿਸੇ ਵੀ ਇਹਨਾਂ ਗੱਲਾਂ ਵਿੱਚ ਕੋਈ ਮਨ ਨਹੀਂ ਲੱਗਦਾ ਹੈ। ਮੌਨ ਰਹੇ ਸੁਨ ਬਚਨ ਸੋ ਮਾਤਾ। ਮਹਾਰਾਜ ਮਾਤਾ ਦੇ ਬਚਨ ਸੁਣ ਕੇ ਚੁੱਪ ਹੀ ਰਹੇ ਹਨ। ਪੁਨ ਪੜ ਰਹੇ ਪਾਏ ਮੁਖ ਬਸਨਾ। ਫਿਰ ਮਹਾਰਾਜ ਜੀ ਮੁਖ ਤੇ ਬਸਤਰ ਲੈ ਕੇ ਪੈ ਗਏ। ਤੂਸ਼ਨ ਭਏ ਸੋ ਬੋਲੇ ਕਸ ਨਾ। ਚੁੱਪ ਕਰ ਗਏ ਮਹਾਰਾਜ, ਮਾਤਾ ਨੂੰ ਕੁਝ ਨਹੀਂ ਕਿਹਾ ਹੈ। ਰਾਤ ਦਿਵਸ ਮੈਂ ਪੜੇ ਰਹੇ ਹੈ। ਮਹਾਰਾਜ ਐਸੀ ਖੇਡ ਵੀ ਰਾਤ ਦਿਨ ਪਏ ਰਹਿੰਦੇ ਹਨ। ਖਾਨ ਪਾਨ ਕਛ ਰੁਚ ਨ ਕਰੈ ਹੈ। ਖਾਣ ਪੀਣ ਦੀ ਵੀ ਕੋਈ ਰੁਚੀ ਨਹੀਂ ਕਰਦੇ ਹਨ। ਇੱਕ ਦਿਨ ਸਭ ਬੇਦੀ ਚੱਲ ਆਏ। ਇੱਕ ਦਿਨ ਸਕੇ ਸੰਬੰਧੀ ਬੇਦੀ ਜਿਹੜੇ ਸੀ ਆਲੇ ਦਾਲੇ ਘਰਾਂ ਦੇ, ਉਹ ਇਕੱਠੇ ਹੋ ਕੇ ਚੱਲ ਕੇ ਆਏ। ਦੇਖਿਓ ਪੌੜੇ ਅਤ ਦੁੱਖ ਪਾਏ। ਤੇ ਜਦੋਂ ਸਤਿਗੁਰਾਂ ਨੂੰ ਪਏ ਵੇਖਿਆ, ਬੜੇ ਦੁਖੀ ਜੇ ਹੋਏ ਹਨ। ਕਾਲੂ ਸੋ ਬੋਲੇ ਮਿਲ ਸੇਊ। ਉਹ ਬਾਬੇ ਕਾਲੂ ਨੂੰ ਮਿਲ ਇਕੱਠੇ ਹੋ ਕੇ ਸਾਰੇ ਜਾਣੇ ਕਹਿਣ ਲੱਗੇ, ਵੈਦ ਬੁਲਾਏ ਇਲਾਜ ਕਰੇਊ। ਕਹਿੰਦੇ ਵੈਦ ਨੂੰ ਬੁਲਾ ਕੇ ਕੋਈ ਇਲਾਜ ਕਰਾ ਲੋ, ਇਹ ਤੇ ਲੱਗਦਾ ਕੋਈ ਰੋਗ ਹੈ ਇਹਨਾਂ ਨੂੰ, ਜਿਹੜੇ ਇਸ ਤਰ੍ਹਾਂ ਪਏ ਰਹਿੰਦੇ ਨੇ। ਕੋਈ ਵੈਦ ਸੱਦੋ, ਵੈਦ ਨੂੰ ਸੱਦ ਕੇ ਕੋਈ ਇਲਾਜ ਕਰਵਾਓ। ਇਸ ਤਰ੍ਹਾਂ ਕਿ ਹੈ। ਬਾਤ ਸੁਣੀ ਗਿਆਤਨ ਕੀ ਕਾਲੂ। ਤਾਂ ਭਾਈ ਜਿਹੜੇ ਗਿਆਤਨ ਕੀ ਸੰਬੰਧੀ ਉਹਨਾਂ ਦੀ ਜਿਹੜੀ ਬਾਤ, ਉਹਨਾਂ ਦੀ ਗੱਲ ਬਾਬਾ ਕਾਲੂ ਜੀ ਨੇ ਸੁਣੀ ਹੈ। ਹੋਤੋ ਅਨੁਜ ਢਿਗ ਤਹਿ ਛਿਨ ਲਾਲੂ। ਉਸ ਸਮੇਂ ਅਨੁਜ ਚਾਚਾ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ, ਜੋ ਬਾਬਾ ਲਾਲੂ ਜੀ ਹੈ, ਉਹ ਭਾਈ ਗੁਰੂ ਪਾਤਸ਼ਾਹ ਮਹਾਰਾਜ ਦੇ ਕੋਲੇ ਉਹ ਵੀ ਆ ਗਿਆ। ਤੇ ਉਸ ਨੂੰ ਵੇਖ ਕਰਕੇ ਜੋ ਕੋਲੇ ਸੀ, ਵੈਦ ਬੁਲਾਵਨ ਹੀਤ ਪਠਾਇਆ। ਉਹਨੂੰ ਭੇਜਿਆ। ਬਾਬਾ ਕਾਲੂ ਜੀ ਕਹਿੰਦੇ, ਭਰਾ ਲਾਲੂ, ਜਾ ਵੈਦ ਨੂੰ ਸੱਦ ਕੇ ਲਿਆ। ਲਾਲੂ ਤਹਿ ਘਰ ਜਾਏ ਬੁਲਾਇਆ। ਤੇ ਉਹ ਗੁਰੂ ਸਾਹਿਬ ਦਾ ਚਾਚਾ ਲਾਲੂ, ਉਹ ਵੈਦ ਦੇ ਘਰ ਜਾ ਕੇ ਉਸ ਨੂੰ ਸੱਦ ਕੇ ਲਿਆਇਆ ਹੈ। ਨਾਮ ਜਾਸ ਹਰਦਾਸ ਹੁਲਾਸੀ। ਜਿਹਦਾ ਨਾਮ ਭਾਈ ਬਹੁਤ ਚੰਗਾ ਖੁਸ਼ ਵਾਲਾ ਜਿਹੜਾ ਸੀ, ਵੈਦ ਹਰਦਾਸ ਸੀ। ਜਾਗੇ ਭਾਗ ਢਿਗ ਗਾ ਸੁਖ ਰਾਸੀ। ਉਹਦੇ ਭਾਗ ਜਾਗੇ ਜੋ ਸੁੱਖਾਂ ਦੀ ਰਾਜ ਸਤਿਗੁਰਾਂ ਦੇ ਕੋਲ ਪਹੁੰਚਿਆ। ਤਨ ਪਰ ਬਚਨ ਲਏ ਸੁਖਦਾਈ। ਸੁੱਖਾਂ ਦੇ ਦਾਤੇ ਨੇ ਭਾਈ ਤਨ ਪਰ ਬਸਨ ਲਏ, ਤਨ ਦੇ ਉੱਤੇ ਬਸਤਰ ਲਏ ਹੈ।
ਜਹ ਪੌੜੇ ਆਇਓ ਤਹ ਥਾਈ। ਜਿੱਥੇ ਮਹਾਰਾਜ ਪਏ ਹਨ ਵੈਦ ਹਰਦਾਸ ਉੱਥੇ ਪਹੁੰਚ ਗਿਆ। ਕਾਲੂ ਕਹੈ ਸੋ ਬੈਦਨ ਸੁਣੀਏ। ਬਾਬਾ ਕਾਲੂ ਜੀ ਕਹਿੰਦੇ, ਹੈ ਵੈਦ ਹਰਦਾਸ ਜੀ ਸੁਣੋ। ਕਰ ਬਿਲੋਕ ਇਹੋ ਰੋਜ ਕੋ ਗੁਨੀਏ। ਕਹਿੰਦੇ ਚੰਗੀ ਤਰ੍ਹਾਂ ਕੋਈ ਨਬਜ ਵਗੈਰਾ ਵੇਖੋ। ਇਹਦਾ ਰੋਜ ਨਾਮ ਹੁੰਦਾ ਰੋਗ ਦਾ। ਇਹਦੇ ਰੋਗ ਬਾਰੇ ਵਿਚਾਰ ਕਰੋ। ਨਿਸ ਦਿਨ ਪਰਿਓ ਰਹਿ ਸੈ ਆਲਸ। ਹੇ ਵੈਦ ਹਰਦਾਸ, ਮੇਰਾ ਪੁੱਤਰ ਰਾਤ ਦਿਨ ਆਲਸ ਵਿੱਚ ਪਿਆਈ ਰਹਿੰਦਾ ਹੈ। ਖਾਨ ਪਾਨ ਕੀ ਕਰਹਿ ਨ ਲਾਲਸ। ਕੋਈ ਖਾਣ ਪੀਣ ਪਦਾਰਥ ਦੀ ਵੀ ਲਾਲਸਾ ਨਹੀਂ ਕਰਦਾ ਹੈ। ਪੀਤ ਬਦਨ ਤਨ ਖੀਨ ਕੁਢਾਰਾ। ਦੇਖੋ ਮੁਖ ਪੀਲਾ ਹੋਇਆ ਪਿਆ, ਤਨ ਜਿਹੜਾ ਹੈ ਖੀਨ ਕਮਜ਼ੋਰ ਹੋਇਆ ਪਿਆ। ਬੇਦਨ ਪਾਏ ਕਰੋ ਉਪਚਾਰਾ। ਇਹਦੇ ਬੇਦਨ ਨੂੰ ਪਾ ਕੇ, ਇਹਦੀ ਪੀੜਾ ਦੁੱਖ ਨੂੰ ਸਮਝ ਕੇ ਕੋਈ ਉਪਚਾਰ ਦਵਾਈ ਦਾ ਕਰੋ। ਸੁਣ ਕਰ ਬਚਨ ਵੈਦ ਬੁੱਧਵੰਤਾ। ਇਹ ਸੁਣ ਕੇ ਜਿਹੜੇ ਬਚਨ ਬਾਬੇ ਕਾਲੂ ਦੇ ਬੁੱਧੀਵਾਨ ਵੈਦ ਹਰਦਾਸ ਬੈਠਿਓ ਨਿਕਟ ਤਵੈ ਜਗ ਕੰਤਾ। ਜਗਤ ਦੇ ਮਾਲਕ ਜਗਤ ਪਤੀ ਸਤਿਗੁਰੂ ਜੀ ਦੇ ਕੋਲ ਫਿਰ ਬੈਠਾ ਹੈ। ਆਨਨ ਪਰ ਤੇ ਬਸਨ ਉਜਾਰਾ। ਸਤਿਗੁਰਾਂ ਦੇ ਮੁਖ ਤੋਂ ਵੈਦ ਹਰਦਾਸ ਨੇ ਬਸਤਰ ਲਾਇਆ ਹੈ। ਹੇਰਤ ਨਾੜੀ ਪਰ ਕਰ ਧਾਰਾ। ਨਾੜੀ ਵੇਖਣ ਵਾਸਤੇ ਨਬਜ ਜੋ ਹੈ ਉਹ ਭਾਈ ਹੱਥ ਧਰਿਆ। ਵੈਦ ਬਦਨ ਸੁਖ ਕਦਨ ਸੋ ਦੇਖਾ। ਵੈਦ ਨੇ ਸਤਿਗੁਰੂ ਪਾਤਸ਼ਾਹ ਦਾ ਸੁਖ ਕਦਨ, ਸੁੱਖਾਂ ਨੂੰ ਦੀ ਬਖਸ਼ਿਸ਼ ਕਰਨ ਵਾਲੇ ਉਸ ਮੁਖ ਨੂੰ, ਗੁਰੂ ਨਾਨਕ ਸਾਹਿਬ ਦੇ ਮੁਖੜੇ ਨੂੰ ਵੇਖਿਆ ਹੈ। ਜਿਨ ਕੇ ਮਨ ਬਹੁ ਦਇਆ ਵਸੇਖਾ। ਇਉਂ ਜਿਹਦੇ ਮਨ ਵਿੱਚ ਵਿਸ਼ੇਸ਼ ਕਰਕੇ ਬਹੁਤ ਦਇਆ ਹੈ। ਕਰ ਤੇ ਖੈਂਚ ਲਿਓ ਨਿਜ ਕਰ ਕੋ। ਹੱਥ ਦੇ ਨਾਲ ਭਾਈ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਉਂ ਆਪਣਾ ਜਿਹੜਾ ਹੱਥ ਸੀ ਕਰ ਤੇ ਖੈਂਚ ਲਿਓ ਨਿਜ ਕਰ ਕੋ, ਆਪਣੇ ਹੱਥ ਨੂੰ ਵੈਦ ਦੇ ਹੱਥ ਵਿੱਚੋਂ ਖਿੱਚ ਲਿਆ। ਉੱਠ ਬੈਠੇ ਦੇਵਨ ਮਤ ਭਰ ਕੋ। ਹੁਣ ਭਾਈ ਉਹਨੂੰ ਸ੍ਰੇਸ਼ਟ ਮਤ ਦੇਣ ਵਾਸਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਉੱਠ ਕੇ ਬੈਠ ਗਏ। ਬਚ ਬੋਲੇ ਗੁਰ ਕਮਲ ਸੋ ਲੋਚਨ। ਕਮਲ ਵਰਗੇ ਲੋਚਨਾ ਵਾਲੇ ਸਤਿਗੁਰੂ ਜੀ, ਕਮਲ ਨੈਣ ਗਰੀਬ ਨਵਾਜ ਜੀ ਬਚਨ ਬੋਲੇ ਹਨ। ਸੁਖ ਦੇ ਅਚਲ ਭਵ ਬੰਧ ਵਿਮੋਚਨ। ਸੁਖ ਦੇ ਅਚਲ, ਅਚਲ ਸੁਖ ਭਾਵ ਜਿਹੜੇ ਸਥਿਰ ਸੁਖ ਨੇ। ਇੱਕ ਸੁਖ ਹੁੰਦਾ ਗੁਰਮੁਖੋ ਆਇਆ ਤੇ ਫਿਰ ਚਲਿਆ ਗਿਆ। ਇੱਕ ਹੁੰਦਾ ਅੰਤਰੀਵ ਆਨੰਦ ਸੁਖ। ਭਾਈ ਐਸੇ ਅਚਲ ਸੁੱਖਾਂ ਨੂੰ ਦੇਣ ਵਾਲੇ, ਭਵ ਬੰਧ ਵਿਮੋਚਨ, ਭਵ ਜਲ ਦੇ ਬੰਧਨਾਂ ਨੂੰ ਕੱਟਣ ਵਾਲੇ। ਗਹਿਓ ਹਾਥ ਕੇ ਹਾਥ ਸੋ ਹਾਥਾ। ਇਉਂ ਹੱਥ ਦੇ ਨਾਲ ਮਹਾਰਾਜ ਕਹਿੰਦੇ ਕਿ ਜੇ ਤੂੰ ਹੱਥ ਫੜਿਆ, ਕਿਆ ਤੁਮ ਹੀਓ ਕਹੋ ਤੁਮ ਸਾਥਾ। ਕੀ ਹੈ ਤੇਰੇ ਹਿਰਦੇ ਵਿੱਚ, ਤੁਸੀਂ ਪ੍ਰੇਮ ਸਹਿਤ ਇਉਂ ਸਾਰੀ ਗੱਲ ਦੱਸੋ। ਸੁਨ ਕਰ ਬੈਦਹਿ ਬਚਨ ਉਚਾਰੇ। ਇਹ ਮਹਾਰਾਜ ਕਹਿੰਦੇ ਵੈਦ ਜੀ ਹੱਥ ਕਿਉਂ ਫੜਿਆ ਸੀ ਦੱਸੋ। ਤਾਂ ਸੁਣ ਕਰ ਬੈਦਹਿ ਬਚਨ ਉਚਾਰੇ। ਸੁਣ ਕੇ ਵੈਦ ਹਰਦਾਸ ਇਹ ਗੱਲ ਕਹਿੰਦਾ ਹੈ, ਮੈਂ ਹੇਰੋ ਜੋ ਰੋਜ ਤੁਮਾਰੇ। ਇਹ ਨਾਨਕ ਜਿਹੜਾ ਕੋਈ ਤੈਨੂੰ ਰੋਗ ਹੈ ਮੈਂ ਉਹ ਵੇਖਣਾ ਹੈ। ਪਿੱਤ ਵਾਏ ਕਫ ਸ੍ਰੋਣਤ ਚਾਰੂ। ਵਿਚਾਰ ਤਰ੍ਹਾਂ ਦੇ ਨੇ ਮੁਖ, ਪਿੱਤ ਵਾਏ ਕਫ। ਵੈਦ ਕਹਿੰਦੇ ਨੇ ਵਾਤ ਪਿੱਤ ਕਫ। ਇੱਥੇ ਦੇਖੋ ਸੰਤ ਰੇਣ ਪ੍ਰੇਮ ਸਿੰਘ ਜੀ ਨੇ ਸ੍ਰੋਣਤ ਨਾਲ ਖੂਨ ਦੀ ਖਰਾਬੀ ਇਹੀ ਹੁੰਦੇ ਆ, ਜਾਂ ਤਾਂ ਪਿੱਤ ਕਹੀਏ ਗਰਮੀ, ਸਰੀਰ ਦੇ ਵਿੱਚ ਗਰਮੈਸ਼ ਵੱਧ ਗਈ, ਉਹਦੇ ਨਾਲ ਕੋਈ ਰੋਗ ਹੋ ਜਾਂਦੇ ਆ, ਬੁਖਾਰ ਹੋ ਗਿਆ ਤੇ ਹੋਰ ਕੋਈ ਇਨਫੈਕਸ਼ਨ ਤੋਂ ਕਿਸੇ ਵੀ ਤਰ੍ਹਾਂ। ਫਿਰ ਗੁਰਮੁਖੋ ਜਾਂ ਹੁੰਦਾ ਵਾਏ,
ਵੈ ਵੱਧ ਜਾਣੀ ਸਰੀਰ ਵਿੱਚ, ਉਹਦੇ ਨਾਲ ਵੀ ਰੋਗ ਪੈਦਾ ਹੋ ਜਾਂਦੇ ਨੇ, ਸਰੀਰ ਦਾ ਸੋਜਾ ਕੀ ਹੋਰ, ਤੇ ਕਫ ਬਲਗਮ ਵੱਧ ਜਾਂਦੀ ਹੈ, ਛਾਤੀ ਰੋਗੀ, ਖੰਘ ਹੋ ਗਈ, ਜਾਂ ਕਫ ਵਧਣ ਨਾਲ ਗੋਡੇ ਹੱਡ ਗੋਡੇ ਵੀ ਦੁਖਣ ਲੱਗ ਜਾਂਦੇ ਹੈ। ਤੇ ਸਰੋਣਤ ਨਾਮ ਹੈ ਖੂਨ ਦਾ, ਖੂਨ ਦੇ ਵਿੱਚ ਖਰਾਬੀ, ਇਨਫੈਕਸ਼ਨ ਹੋ ਗਈ। ਇਹ ਚਾਰ ਇਤ ਤੇ ਤਨ ਮਹਿ ਹੋਤ ਬਿਗਾਰੂ, ਇਹਨਾਂ ਨਾਲ ਵੈਦ ਹਰਦਾਸ ਕਹਿੰਦਾ ਹੈ ਨਾਨਕ ਸਰੀਰ ਦੇ ਵਿੱਚ ਵਿਗਾੜ ਪੈਦਾ ਹੋ ਜਾਂਦਾ ਹੈ। ਜਹ ਕੋ ਮੈਂ ਬੇਗਾਰ ਅਬ ਹੇਰੂ, ਇਸ ਕਰਕੇ ਤੇਰੀ ਨਬਜ ਵੇਖ ਕੇ ਜਿਹੜਾ ਵੀ ਮੈਂ ਕੋਈ ਵਿਗਾੜ ਤੇਰੇ ਅੰਦਰ ਹੋ ਵੇਖਾਂਗਾ। ਤਹ ਪਾਰ ਕਰ ਉਪਾਓ ਸੁਨ ਦੇਰੋ, ਕਹਿੰਦੇ ਦੇਖ ਬਿਨਾਂ ਦੇਰੀ ਮੈਂ ਉਸ ਤੇ ਕੋਈ ਉਪਾਅ ਕਰੂੰਗਾ, ਕੋਈ ਦਵਾਈ ਬੂਟੀ ਪੁੜੀ ਬਣਾ ਕੇ ਦੇ ਦੇਵਾਂਗਾ। ਪਥ ਕੋ ਰਾਖ ਔਖਦੀ ਖਾਵੋ, ਇੱਕ ਹੁੰਦਾ ਪਥ ਤੇ ਇੱਕ ਹੁੰਦਾ ਕੁਪਥ, ਪਰਹੇਜ ਰੱਖਣਾ, ਪਥ ਕੁਪਥ। ਕਹਿੰਦੇ ਇਸ ਤਰ੍ਹਾਂ ਕੋਈ ਪਰਹੇਜ ਰੱਖ ਕੇ ਜਦੋਂ ਤੂੰ ਦਵਾਈ ਖਾਵੇਂਗਾ, ਹੋਏ ਅਰੋਗ ਤਨ ਤੇ ਸੁਖ ਪਾਵੋ, ਰੋਗ ਹੋ ਜਾਏਗਾ, ਸਰੀਰਕ ਤੌਰ ਤੇ ਸੁਖ ਪਾ ਲਵੇਂਗਾ। ਅਸਨ ਖਾਨ ਕੀ ਰੁਚ ਉਪਜੈ ਹੈ, ਹੇ ਨਾਨਕ ਵੈਦ ਹਰਦਾਸ ਕਹਿੰਦਾ ਫਿਰ ਅੰਨ ਪਾਣੀ ਛਕਣ ਵਿੱਚ ਤੇਰੀ ਰੁਚੀ ਪੈਦਾ ਹੋਵੇਗੀ। ਨਿਰਬਲ ਤੇ ਤੁਮ ਬਲੀ ਹੋਵੈ ਹੈ, ਤੇ ਕਮਜ਼ੋਰ ਤੋਂ ਤੂੰ ਦੇਖ ਤਾਕਤਵਰ ਸਰੀਰ ਵਾਲਾ ਹੋ ਜਾਵੇਂਗਾ। ਵੈਦ ਬਚਨ ਸੁਨ ਪੰਕਜ ਬਦਨਾ, ਵੈਦ ਦੇ ਇਹ ਬੋਲ ਸੁਣ ਕੇ ਕਮਲ ਮੁਖ ਵਾਲੇ ਸਤਿਗੁਰੂ ਜੀ ਤਹਿ ਪ੍ਰਤ ਬੋਲੇ ਸ਼ੁਭ ਗੁਣ ਪਦਨਾ, ਸ਼ੁਭ ਗੁਣ ਸਦਨਾ, ਉਹਦੇ ਪ੍ਰਤੀ ਭਾਈ ਸ਼ੁਭ ਗੁਣਾਂ ਦੇ ਘਰ ਸਤਿਗੁਰੂ ਜੀ ਨੇ ਫਿਰ ਪਾਵਨ ਪਵਿੱਤਰ ਗੁਰਬਾਣੀ ਦੇ ਬਚਨ ਉਚਾਰਨ ਕੀਤੇ। ਸ੍ਰੀ ਮੁਖ ਵਾਕ ਸ਼ਲੋਕ ਮਹੱਲਾ ਪਹਿਲਾ, ਵੈਦ ਬੁਲਾਇਆ ਵੈਦਗੀ, ਪਕੜ ਢੰਢੋਲੇ ਬਾਹ। ਮਹਾਰਾਜ ਕਹਿੰਦੇ ਹੈ ਵੈਦ, ਵੈਦ ਬੁਲਾਇਆ ਵੈਦਗੀ, ਤੈਨੂੰ ਵੈਦਗੀ ਕਰਨ ਵਾਸਤੇ ਸੱਦਿਆ ਨਾ, ਇਲਾਜ ਕਰਨ ਲਈ ਸੱਦਿਆ। ਪਕੜ ਢੰਢੋਲੇ ਬਾਹ, ਹੁਣ ਪਾਠੀ ਸਿੰਘਾਂ ਲਈ ਵੀ ਇਹ ਧਿਆਨਯੋਗ ਗੱਲ ਹੈ ਵੀ ਢੰਢੋਲੇ ਨਹੀਂ ਬੋਲਣਾ ਹੈ, ਢੱਡੇ ਦੂਜੇ ਢੱਡੇ ਨੂੰ ਡੱਡਾ ਨਹੀਂ ਬਣਾਉਣਾ। ਇਹ ਗੁਰਬਾਣੀ ਦਾ ਜਦੋਂ ਸੰਥਿਆ ਕਰਾਉਂਦੇ ਆ, ਢੰਢੋਲੇ ਦੋਨੇ ਢੱਡੇ ਆ ਇੱਥੇ। ਹੁਣ ਬਹੁਤ ਵਾਰੀ ਇਹ ਪਾਠੀ ਪਾਠ ਕਰਦੇ, ਗੁਰਬਾਣੀ ਵਿੱਚ ਗੁਰਮੁਖੋ ਢਾਡੀ ਸ਼ਬਦ ਨਹੀਂ ਹੈ, ਢਾਟੀ ਹੈ, ਤੇ ਪਰ ਪੜ੍ਹਦੇ ਢਾਡੀ ਹੋਈ ਹੈ ਬਹੁਤੇ। ਇਹਨਾਂ ਚੀਜ਼ਾਂ ਦਾ ਜਿਵੇਂ ਜਾਪ ਸਾਹਿਬ ਹੈ, ਅਝੂਚ ਹੈ ਅਝੰਚ ਹੈ, ਪਰ ਉੱਥੇ ਕਹਿਣਗੇ ਕਿ ਅਝੂਜ ਹੈ ਅਝੰਜ ਹੈ, ਇੱਕ ਝੱਜਾ ਤੇ ਇੱਕ ਕਹਿੰਦੇ ਮਹਾਰਾਜ ਤੂੰ ਐਵੇਂ ਦੋ ਝੱਜੇ ਲਿਖੇ, ਇੱਕ ਜੱਜਾ ਅਸੀਂ ਬਣਾਉਂਦੇ ਆ ਉਹਦਾ। ਇਹ ਜਦੋਂ ਸੰਥਿਆ ਜਾਂ ਇੱਕ ਚੀਜ਼ ਦਾ ਧਿਆਨ ਰੱਖਣਾ ਚਾਹੀਦਾ। ਵੈਦ ਬੁਲਾਇਆ ਵੈਦਗੀ, ਪਕੜ ਢੰਢੋਲੇ ਬਾਹਾਂ। ਮਹਾਰਾਜ ਕਹਿੰਦੇ ਹੇ ਵੈਦ ਹਰਦਾਸ, ਤੈਨੂੰ ਇਲਾਜ ਕਰਨ ਲਈ ਸੱਦਿਆ ਤੇ ਤੂੰ ਸਾਡੀ ਬਾਹ ਫੜ ਕੇ ਨਾ ਸਾਡੇ ਅੰਦਰੋਂ ਰੋਗ ਭਾਲਦਾ ਹੈ। ਭੋਲਾ ਵੈਦ ਨਾ ਜਾਣਈ, ਕਰਕ ਕਲੇਜੇ ਮਾਹੀ। ਕਹਿੰਦੇ ਭੋਲਾ ਵੈਦ, ਐ ਭੋਲੇ ਵੈਦ, ਭੋਲਾ ਕਹਿੰਦੇ ਨੇ ਸਿੱਧੇ ਸੁਭਾਅ ਵਾਲੇ ਵੈਦ, ਤੂੰ ਨਹੀਂ ਜਾਣਦਾ ਜਿਹੜੀ ਸਾਡੇ ਹਿਰਦੇ ਵਿੱਚ ਕਰਕ ਕਲੇਜੇ ਮਾਹੀ, ਜਿਹੜੀ ਹਿਰਦੇ ਵਿੱਚ ਪ੍ਰੇਮ ਦੀ ਕਰਕ ਹੈ ਨਾ, ਪੀੜਾ ਹੈ, ਉਹ ਕਰਕ ਤਾਂ ਹਿਰਦੇ ਵਿੱਚ ਹੈ, ਉਹਦੀ ਦਵਾਈ ਤੂੰ ਕੀ ਦੇਵੇਂਗਾ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ, ਇਸ ਤਰ੍ਹਾਂ ਗੁਰਮੁਖੋ ਇਹ ਅਗਿਆਨਤਾ ਦੇ ਰੋਗ ਸਤਿਗੁਰੂ ਜੀ ਕੱਟ ਰਹੇ ਨੇ। ਤੇ ਅੱਗੇ ਫਿਰ ਉਹ ਗੁਰਬਾਣੀ ਵਿੱਚ ਇਸ ਭਾਵ ਨੂੰ ਹੋਰ ਵੀ ਮਹਾਰਾਜ ਨੇ ਸ਼ਬਦ ਜਿਹੜੇ ਉਚਾਰਨ ਕੀਤੇ, ਪਰ ਇੱਥੇ ਸੰਤ ਰੇਣ ਕਵੀ ਪ੍ਰੇਮ ਸਿੰਘ ਜੀ ਨੇ ਇਹੀ ਭਾਈ ਸ਼ਲੋਕ ਦਿੱਤਾ ਹੈ, ਇੰਨਾ ਹੀ ਭਾਵ ਦੱਸਤਾ। ਹੋਰ ਜਿਹੜੇ ਸ਼ਬਦ ਵੀ ਇਸ ਪ੍ਰਥਾਏ ਗੁਰਬਾਣੀ ਵਿੱਚ ਹਨ। ਚੌਪਈ
ਹੁਣ ਅੱਗੇ ਇਤਿਹਾਸ ਦੱਸਦੇ ਨੇ। ਅਸ ਬਿਦ ਸੁਨੇ ਬੈਦ ਬਚ ਜਾਵਹੀ। ਇਸ ਤਰ੍ਹਾਂ ਦੇ ਹੋਰ ਵੀ ਬਚਨ ਗੁਰੂ ਪਾਤਸ਼ਾਹ ਮਹਾਰਾਜ ਨੇ ਕੀਤੇ, ਤੇ ਜਦੋਂ ਇਸ ਤਰ੍ਹਾਂ ਦੇ ਭਾਈ ਹੋਰ ਬਚਨ ਵੈਦ ਨੇ ਜਦ ਸੁਣੇ ਹਨ, ਬਿਸਮੈ ਹੋਏ ਵਿਚਾਰਤ ਤਬ ਹੀ। ਉਹ ਤੇ ਹੈਰਾਨ ਹੋਇਆ ਹੈ, ਇਹ ਕਿਹੜੀ ਗੱਲ ਕਹਿਣ ਲੱਗੇ ਵੀ ਵੈਦਾ ਤੂੰ ਸਰੀਰ ਦੇ ਰੋਗਾਂ ਬਾਰੇ ਜਾਣਦਾ ਹੈ। ਜਿਹੜੀ ਹਿਰਦੇ ਵਿੱਚ ਕਰਕ ਹੈ, ਵਾਹਿਗੁਰੂ ਪਰਮੇਸ਼ਰ ਤੋਂ ਜਿਹੜੇ ਵਿਛੜੇ ਹੋਏ ਨੇ, ਐਸੀ ਜਿਹੜੀ ਉਹਨੂੰ ਮਿਲਣ ਦੀ ਚਾਹਨਾ ਹੈ, ਉਹ ਕਰਕ ਹੈ। ਜਾਂ ਅੰਦਰ ਦੀ ਜਿਹੜੀ ਹੈ ਅੰਤਰੀਵ ਸੂਖਮ ਤਨ ਦੇ ਰੋਗ ਨੇ। ਤੂੰ ਤਾਂ ਸਥੂਲ ਤਨ ਦੇ ਰੋਗ ਜਾਣਦਾ ਨਾ। ਜਿਵੇਂ ਗ੍ਰੰਥਾਂ ਦੇ ਵਿੱਚ ਗੁਰਮੁਖੋ 3 ਤਰ੍ਹਾਂ ਦਾ ਸਰੀਰ ਲਿਖਿਆ। ਕਈ ਕਹਿੰਦੇ ਇੱਥੇ ਸਰੀਰ ਇੱਥੇ ਮੱਚ ਜਾਂਦਾ, ਲੇਖੇ ਲੂਖੇ ਕਿਹੜੇ ਹੁੰਦੇ ਆ ਗਾਹਾਂ, ਕਿਹਦਾ ਲੇਖਾ ਹੋਣਾ ਹੈ। ਗੁਰਮੁਖੋ ਇਹ ਸਥੂਲ ਸਰੀਰ ਦਾ ਨਹੀਂ ਹੁੰਦਾ, 3 ਤਰ੍ਹਾਂ ਦਾ ਸਰੀਰ ਹੈ। ਆਹ ਸਥੂਲ ਜਿਹੜਾ ਹੈ ਇਹ ਹੈ 5 ਤੱਤਾਂ ਦਾ, ਇਹ ਤਾਂ ਇੱਥੇ ਸਵਾਹ ਹੋ ਜਾਣਾ ਹੈ। ਇੱਕ ਸਾਡਾ ਇਦੋਂ ਅੱਗੇ ਸੂਖਮ ਸਰੀਰ ਹੈ, ਜਿਹਦਾ ਸਾਰਾ ਲੇਖਾ ਜੋਖਾ ਹੋਣਾ, ਜਿਹਨੇ ਧਰਮ ਰਾਏ ਅੱਗੇ ਪੇਸ਼ ਹੋਣਾ। ਆਤਮਾ ਨਹੀਂ ਪੇਸ਼ ਹੁੰਦਾ, ਆਤਮਾ ਤਾਂ ਪ੍ਰਮਾਤਮਾ ਦੀ ਅੰਸ਼ ਹੈ, ਉਹ ਤੇ ਗੁਰਮੁਖੋ ਮੁਕਤ ਸਰੂਪ ਹੈ। ਜਿਹੜਾ ਸੂਖਮ ਸਰੀਰ ਹੈ ਉਹਨੂੰ ਕੁਝ ਗ੍ਰੰਥਕਾਰਾਂ ਨੇ 17 ਕੁਝ 19 ਤੱਤਾਂ ਦਾ ਲਿਖਿਆ ਹੈ, ਤੇ ਉਹ ਸਾਰਾ ਲੇਖਾ ਜੋਖਾ ਦਿੰਦਾ ਸੂਖਮ। ਉਹਦੇ ਰੋਗ ਨੇ। ਇਦੋਂ ਅੱਗੇ ਫਿਰ ਕਾਰਨ ਸਰੀਰ ਹੈ। ਕਾਰਨ ਤਾਂ ਉਹ ਭਾਵ ਹੈ ਕਿ ਹੁਣ ਜਿਹਦੇ ਕਰਕੇ ਆ ਸਾਨੂੰ ਆ ਮਨੁੱਖ ਸਰੀਰ ਜਿਹੜਾ ਮਿਲਿਆ ਸਥੂਲ, ਅਗਿਆਨਤਾ ਬਸ ਹੋਈ, ਨਹੀਂ ਤਾਂ ਮੁਕਤ ਹੋ ਜਾਂਦੇ। ਅਗਿਆਨਤਾ ਕਰਕੇ ਹੀ ਹੋਇਆ ਨਾ, ਪਰਮਾਤਮਾ ਨੂੰ ਭੁੱਲੇ ਰਹੇ, ਹੋਰ ਭਰਮਾਂ ਕਰਮਾਂ ਚ ਪਏ ਰਹੇ, ਇਸ ਕਰਕੇ ਟੇਢੀਆਂ ਮੇਢੀਆਂ ਜੂਨਾਂ ਵਿੱਚ ਪੈਂਦੇ ਇਸ ਜਨਮ ਵਿੱਚ ਆਏ। ਉਹ ਫਿਰ ਜਿਹੜਾ ਕਾਰਨ ਬਣਿਆ ਹੈ, ਕਾਰਨ ਗਿਆਨਤਾ, ਉਸ ਨੂੰ ਵੀ ਸਰੀਰ ਮੰਨਿਆ। ਤੇ ਰਹੋ ਵਿਚਾਰ, ਉਹ ਤਾਂ ਹੁਣ ਇੱਧਰ ਜੇ ਆਪਾਂ ਚਲੇ ਗਏ ਫਿਰ ਇਹ ਬਹੁਤਾ ਉਸ ਪਾਸੇ ਹੋ ਜੂ। ਚਲੋ ਵਿੱਚ ਵਿੱਚ ਗੱਲ ਆ ਜਾਂਦੀ ਹੈ ਇਹਦੀ ਗੱਲ ਦੀ, ਫਿਰ ਸਮਝ ਵੀ ਆ ਜੇ। ਤੋ ਬਿਸਮੈ ਹੋਏ ਵਿਚਾਰਤ ਤਬ ਹੀ। ਅਸਵਿਦ ਜਦੋਂ ਇਸ ਤਰ੍ਹਾਂ ਦੇ ਬੋਲ ਬਚਨ ਸੁਣੇ ਤਾਂ ਉਹ ਹੈਰਾਨ ਹੋ ਕੇ ਵੈਦ ਹਰਦਾਸ ਵਿਚਾਰਦਾ ਹੈ। ਕੋ ਨਰ ਇਨ ਸਿਫਤ ਉਚਾਰੀ। ਕਹਿੰਦੇ ਕਿੰਨੇ ਕੋਈ ਨਰ, ਕੋਈ ਲੋਕ ਇਹਨਾਂ ਦੀ ਪਹਿਲਾਂ ਵੀ ਸਿਫਤਾਂ ਕਰਦੇ। ਸੁਨਤ ਹੁਤੋ ਅਬ ਨੈਣ ਨਿਹਾਰੀ। ਤੇ ਮੈਂ ਇਹਨਾਂ ਦੀਆਂ ਸਿਫਤਾਂ ਸੁਣਦਾ ਹੁੰਦਾ ਸੀ, ਹੁਣ ਮੈਂ ਇਹ ਗੱਲ ਅੱਖਾਂ ਨਾਲ ਵੇਖ ਲਈ ਹੈ। ਕਲਾਵਾਨ ਇਹੋ ਸਤ ਅਵਤਾਰਾ। ਇਹ ਕਲਾਵਾਨ ਹੈ ਤੇ ਸੱਚ ਸਤ ਦਾ ਪਰਮੇਸ਼ਰ ਦਾ ਅਵਤਾਰ ਹੈ। ਉਪਦੇਸ਼ ਲਓ ਮੈਂ ਹੋਏ ਨਿਸਤਾਰਾ। ਇਉਂ ਸੋਚਦਾ ਵੀ ਮੈਂ ਇਹਨਾਂ ਤੋਂ ਉਪਦੇਸ਼ ਲਵਾਂ, ਮੇਰਾ ਵੀ ਭਲਾ ਹੋ ਜਾਵੇ। ਅਸ ਵਿਚਾਰ ਕਰ ਵੈਦ ਸਿਆਨ। ਇਸ ਤਰ੍ਹਾਂ ਵਿਚਾਰ ਕੇ ਉਹ ਸਿਆਣਾ ਵੈਦ ਹਰਦਾਸ ਬੰਦ ਹਾਥ ਦੋਏ ਬਚਨ ਬਖਾਨਾ। ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ ਹੈ, ਤੁਮਰੇ ਬਚਨ ਸੁਨਨ ਅਬਿਲਾਖਾ। ਹੇ ਸਤਿਗੁਰੂ ਨਾਨਕ ਦੇਵ ਜੀ, ਤੁਹਾਡੇ ਬਚਨ ਸੁਣਨ ਦੀ ਮੇਰੇ ਅੰਦਰ ਇੱਛਾ ਵਧੀ। ਮੋਰ ਮਨ ਜਿਉ ਤਰ ਸ਼ਾਖਾ। ਜਿਵੇਂ ਦਰਖਤ ਦੀਆਂ ਸ਼ਾਖਾਵਾਂ ਵੱਧਦੀਆਂ ਨੇ ਟਾਹਣੀਆਂ, ਮੇਰੇ ਮਨ ਵਿੱਚ ਵਧੀ ਹੈ। ਕਰੁਣਾ ਕਰ ਜੋ ਸਭ ਬਿਰਤਾਂਤਾ। ਇਹ ਕਿਰਪਾ ਦੇ ਕਰਨ ਵਾਲੇ ਸਤਿਗੁਰੂ ਜੀ, ਸਾਰਾ ਜੋ ਵਰਤਾਂਤ ਹੈ ਕਹੋ ਆਪ ਜੋ ਮੁਝ ਹੋ ਸ਼ਾਂਤਾ। ਵੀ ਕਿਹੜੇ ਰੋਗ ਦੀ ਤੁਸੀਂ ਗੱਲ ਕਰਦੇ ਹੋ, ਕੀ ਉਹਦਾ ਇਲਾਜ ਹੈ, ਉਹ ਕਿਰਪਾ ਕਰਕੇ ਮੈਨੂੰ ਦੱਸੋ ਤਾਂ ਕਿ ਮੈਨੂੰ ਵੀ ਸ਼ਾਂਤੀ ਆਨੰਦ ਆਵੇ। ਕਮਲ ਬਦਨ ਕਰੁਣਾ ਗੁਣ ਮੰਦਰ। ਕਮਲ ਵਰਗੇ ਮੁਖ ਵਾਲੇ, ਕਰੁਣਾ ਦਾ ਤੇ ਗੁਣਾਂ ਦਾ ਘਰ ਸਤਿਗੁਰੂ। ਬੋਲੇ ਬਚਨ ਮਿਰਦਲ ਬਹੁ ਸੁੰਦਰ। ਬਹੁਤ ਹੀ ਕੋਮਲ ਔਰ ਸੁੰਦਰ ਬਚਨ ਬੋਲੇ। ਤਨ ਹਉਮੈ ਮਮਤਾ ਜੋ ਕਨੇਰੀ। ਹੇ ਵੈਦ ਜੀ, ਜਿਹੜੀ ਅੰਦਰ ਆ ਸਰੀਰ ਦੀ ਹਉਮੈ, ਮੇਰਾ ਸਰੀਰ ਹੈ, ਔਰ ਮਮਤਾ ਪਦਾਰਥਾਂ ਦੀ, ਮੈਂ ਮੇਰੀ, ਆ ਮੇਰਾ, ਇਹ ਜੋ ਬਹੁਤੀ ਹੈ, ਸਭ ਵਿਆਧਨ ਕੀ ਮੂਲ ਵਡੇਰੀ।
ਇਹ ਸਾਰੇ ਵਿਆਧੀ ਰੋਗਾਂ ਦੀ, ਸਾਰੇ ਰੋਗਾਂ ਦੀ ਇਹ ਵੱਡੀ ਜੜ ਹੈ। ਆਤਮ ਤਨ ਤੋ ਲਖਿਓ ਨਿਆਰੂ। ਜਿਹੜਾ ਆਤਮਾ ਹੈ, ਹੇ ਵੈਦ ਹਰਦਾਸ, ਉਸ ਸਰੀਰ ਤੋਂ ਜਾਣ ਲੈ ਨਿਆਰਾ ਹੈ। ਚੇਤਨ ਜੜ ਨੀਕੇ ਨਿਰਧਾਰੂ। ਫਿਰ ਚੇਤਨ ਕੀ ਹੈ, ਜੜ ਰੂਪ ਕੀ ਹੈ, ਇਹਨੂੰ ਚੰਗੀ ਤਰ੍ਹਾਂ ਨਿਰਧਾਰਤ ਨਿਰਣਾ ਕਰ ਲਵੇ। ਨਿਰਬਿਕਾਰ ਪੁਨ ਜਾਨ ਅਸੰਸਾ, ਨਿਰਬਿਕਾਰ ਪੁਨ ਜਾਨ ਅਸੰਗਾ। ਤੇ ਜਿਹੜਾ ਨਿਰਬਿਕਾਰ ਹੈ ਔਰ ਪੁਨ, ਇਹਨਾਂ ਤੋਂ ਵਿਕਾਰਾਂ ਤੋਂ ਰਹਿਤ ਹੋ ਕੇ ਆਪਣੇ ਆਪ ਨੂੰ ਅਸੰਗ ਜਾਣ ਲੈਂਦਾ ਹੈ। ਭ੍ਰਮ ਭੰਗੋ ਤਬ ਹੋਇ ਇਹ ਭੰਗਾ। ਤੇ ਆਪਣੇ ਅੰਦਰੋਂ ਭਰਮਾਂ ਦਾ ਨਾਸ਼ ਕਰ ਲੇ, ਫਿਰ ਇਹ ਜਿਹੜੇ ਹਨ, ਇਹ ਤਨ ਹਉਮੈ ਮਮਤਾ, ਇਹ ਵੀ ਨਾਸ਼ ਹੋ ਜਾਂਦੀ ਹੈ। ਪਰ ਬਿਨ ਪਰ ਧਨ ਪਰਨ ਪ੍ਰਸ਼ੰਸਾ। ਜਿਹੜੀ ਭਾਈ ਪਰ ਬਿਨ, ਐਵੇਂ ਹੀ ਕਿਸੇ ਗੱਲ, ਬਿਨਾਂ ਕਿਸੇ ਗੱਲ ਤੋਂ ਦੂਜਿਆਂ ਦੇ ਧਨ, ਦੂਜਿਆਂ ਦੀਆਂ ਪ੍ਰਸ਼ੰਸਾ। ਜਰਹਿ ਨ ਇਹੋ ਜੋ ਲਖੋ ਨਿਸੰਸਾ। ਕੋਈ ਇਸ ਤਰ੍ਹਾਂ ਪਰ ਬਿਨ, ਕੋਈ ਬਿਨਾਂ ਕਿਸੇ ਅਰਥ ਤੋਂ, ਕੋਈ ਕਿਸੇ ਦਾ ਧਨ ਕੋਲੇ ਹੈਗਾ ਉਹਦੇ ਤੇ ਈਰਖਾ ਕਰੀ ਜਾਣੀ, ਜਾਂ ਕਿਸੇ ਦੀ ਵਡਿਆਈ ਹੁੰਦੀ ਹੈ ਉਹਦੇ ਤੇ ਈਰਖਾ ਸੜੀ ਜਾਣਾ। ਜਰਹਿ ਨਾ ਇਹੋ ਜੋ ਲਖੋ ਨਿਸੰਗਾ। ਜਿਹੜਾ ਇਹ ਨਹੀਂ ਜਾਣਦੇ, ਜਰ ਨਹੀਂ ਨਾ ਸਕਦੇ ਕੋ ਹੈ। ਇੱਕ ਲਖੋ ਜੋ ਲਖੋ ਨਿਸੰਗਾ, ਜਿਹੜੇ ਨਿਸੰਗ ਹਨ। ਸਰਬ ਜੀਵੋ ਸੋ ਮੈਤਰੀ ਕਰਨੀ। ਇਹ ਜਾਣ ਲੈ ਵੀ ਇਹ ਤੋਂ ਨਿਸੰਗ ਹੋ ਜੇ। ਇਹ ਕਿਸੇ ਦੇ ਵਡਿਆਈ ਹੁੰਦੀ ਹੈ, ਜਲੇ ਨਾ। ਕਿਸੇ ਕੋਲੇ ਧਨ ਹੈ, ਜਲੇ ਨਾ। ਇਸ ਤਰ੍ਹਾਂ ਦੂਜਿਆਂ ਦੀ ਪ੍ਰਭਤਾ ਵੇਖ ਕੇ ਨਹੀਂ ਜਾਣਨਾ। ਲਖੋ ਨਿਸੰਗਾ ਤੋਂ ਵੱਖ ਹੋਣਾ। ਸਰਬ ਜੀਵੋ ਸੋ ਮੈਤਰੀ ਕਰਨੀ। ਸਾਰੇ ਜੀਵਨ ਮਿੱਤਰਤਾ ਪ੍ਰੇਮ ਕਰਨਾ। ਤਹਿਤੇ ਇਹ ਔਖਦ ਬਰ ਹਰਨੀ। ਇਸ ਕਰਕੇ ਉਹ ਜਾਣੋ ਵੀ ਜਿਹੜੇ ਅੰਦਰ ਇਹ ਆ ਜਾਂਦਾ ਨਾ, ਫਿਰ ਇਹ ਵੱਡੀ ਜਿਹੜੀ ਹੈ ਦਵਾਈ ਔਖਦੀ ਇਹਨਾਂ ਰੋਗਾਂ ਦੀ, ਉਸ ਨੂੰ ਪ੍ਰਾਪਤ ਹੋ ਜਾਂਦੀ ਹੈ। ਜਿਉ ਮਿੱਤਰਨ ਸੁਖ ਲਖ ਕਰ ਸੁਖੀਆ। ਜਿਵੇਂ ਕੋਈ ਬਹੁਤ ਗੂੜਾ ਦੋਸਤ ਮਿੱਤਰ ਹੋਵੇ, ਉਹਨੂੰ ਉਹਦੇ ਸੁੱਖਾਂ ਨੂੰ ਜਾਣ ਕਰਕੇ ਬੰਦਾ ਖੁਸ਼ ਹੁੰਦਾ ਵੀ ਮੇਰਾ ਮਿੱਤਰ ਹੈ, ਬੜਾ ਵੱਡਾ ਉਹਦਾ ਹੈ, ਬੜਾ ਸੁਖੀ ਹੈ। ਤੈਸੇ ਬ੍ਰਿਤ ਸਭਨ ਕੋ ਰਖੀਆ। ਉਸੇ ਤਰ੍ਹਾਂ ਹੀ ਵੈਦ ਹਰਦਾਸ, ਸਾਰਿਆਂ ਵਿੱਚ ਹੀ ਇਸ ਤਰ੍ਹਾਂ ਦੀ ਬਿਰਤੀ ਰੱਖਣੀ ਚਾਹੀਦੀ ਹੈ ਕਿ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਦੂਰ ਪਰਾਇਓ ਮਨ ਕਾ ਬਿਰਹਤ, ਮੇਲ ਕੀਓ ਮੇਰੇ ਰਾਜਨ। ਨਿਜ ਗੁਣ ਨਿਜ ਧਨ ਜਸ ਬਿਸਤੀਰਨ। ਮਹਾਰਾਜ ਜੀ ਕਹਿੰਦੇ ਜਿਹੜੇ ਕੋਈ ਇਸ ਤਰ੍ਹਾਂ ਦੇ ਨੇ, ਆਪਣੇ ਗੁਣਾਂ ਦਾ, ਆਪਣੇ ਧਨ ਦਾ ਕੋਈ ਐਵੇਂ ਬਹੁਤਾ ਜਸ ਕਰਦੇ ਹਨ। ਕਰਤ ਮਾਨ ਇਹੋ ਹੈ ਬੜ ਜੀਰਨ। ਇਹ ਜਿਹੜੇ ਇਸ ਚੀਜ਼ਾਂ ਦਾ ਮਾਣ ਕਰਦੇ ਹਨ, ਇਹ ਕਹਿੰਦੇ ਬਹੁਤ ਵੱਡਾ ਜੀਰਨ ਰੋਗ ਹੈ। ਇਹ ਤਾਂ ਸਮਝੋ ਪੁਰਾਣਾ ਮੁੱਢ ਕਦੀਮੀ ਰੋਗ ਹੈ। ਲਖ ਕਰ ਸਭ ਹਰ ਕੀ ਵਡਿਆਈ। ਇਹ ਜਾਣ ਕਰਕੇ ਵੀ ਜਿਹੜਾ ਇਹ ਤਾਂ ਸਾਰੀਆਂ ਪਰਮੇਸ਼ਰ ਦੀਆਂ ਵਡਿਆਈਆਂ ਨੇ। ਹਿਰਦੈ ਗਰੀਬੀ ਚੂਰਨ ਖਾਈ। ਭਾਈ ਹਿਰਦੇ ਵਿੱਚ ਨਿਮਰਤਾ ਰੱਖਣੀ ਚਾਹੀਦੀ ਹੈ। ਨਿਮਰਤਾ ਰੂਪੀ ਜਿਹੜਾ ਚੂਰਨ ਖਾ ਲੈਂਦਾ ਹੈ। ਹਰ ਸਿਮਰਨ ਰੁਚ ਸੋ ਲੈਵ ਲਾਗੀ। ਤੇ ਜਿਨ੍ਹਾਂ ਦੀ ਵਾਹਿਗੁਰੂ ਦੇ ਸਿਮਰਨ ਵਿੱਚ ਰੁਚੀ ਪ੍ਰੇਮ ਨਾਲ ਲਿਵ ਲੱਗ ਗਈ। ਲਖੈ ਔਰਜ ਇਹੋ ਭਖ ਸੋ ਜਾਗ, ਇਹੋ ਭੁੱਖ ਸੋ ਜਾਗੀ। ਲਖੈ ਔਰਜ, ਉਹਨੂੰ ਜਾਣ ਲੋ ਵੀ ਉਹ ਬੰਦਾ ਅਰੋਗ ਹੈ। ਮਹਾਰਾਜ ਕਹਿੰਦੇ ਇਹੋ ਭੁੱਖ, ਜਿਹਨੂੰ ਭਾਈ ਰੱਬ ਦੇ ਸਿਮਰਨ ਦੀ ਭੁੱਖ ਲੱਗਿਆ ਈ। ਵਿਸ਼ੇ ਬਾਸ਼ਨਾ ਤ੍ਰਿਸ਼ਨਾ ਖਾਂਸੀ। ਇਹ ਜਿਹੜਾ ਵਿਸ਼ੇ ਵਿਕਾਰ, ਬਾਸ਼ਨਾਵਾਂ, ਤ੍ਰਿਸ਼ਨਾ ਦੀ ਖੰਘ ਹੈ। ਦਿਨ ਪ੍ਰਤ ਬ੍ਰਿਧਤ ਕਬੈ ਨਾ ਬਿਨਾਸੀ। ਇਹ ਜਦੋਂ ਅੰਦਰ ਵੜ ਜਾਂਦੀਆਂ ਨੇ, ਇਹ ਜਿਹੜੀ ਤ੍ਰਿਸ਼ਨਾ ਬਾਸ਼ਨਾ ਰੂਪੀ ਖੰਘ ਹੈ ਨਾ, ਇਹ ਦਿਨ ਪ੍ਰਤੀ ਦਿਨ ਵਧੀ ਜਾਂਦੀ ਹੈ, ਕਦੇ ਨਾਸ਼ ਨਹੀਂ ਹੁੰਦੀ। ਮਿਥਿਆ ਸਭ ਹੈ ਪਦਾਰਥ ਜਾਣੇ। ਇਹਨੂੰ ਦੂਰ ਕਰਨ ਲਈ ਜਿੰਨੇ ਵੀ ਪਦਾਰਥ ਨੇ ਉਹਨਾਂ ਨੂੰ ਹੇ ਵੈਦ ਹਰਦਾਸ ਮਿਥਿਆ ਜਾਣੇ। ਇਹ ਚਟਣੀ ਤਰ ਕਰ ਹੈ ਹਾਨੀ। ਇਹ ਜਾਣੂ ਬਹੁਤ ਸੁੰਦਰ ਸੋਹਣੀ ਇੱਕ ਵੈਦ, ਜਿਵੇਂ ਪੁਰਾਣੇ ਸਮਿਆਂ ਵਿੱਚ ਉਹ ਦਵਾਈ ਕੁੱਟ ਕੇ ਚਟਣੀ ਬਣਾਉਂਦੇ ਸੀ,
ਮਹਾਰਾਜ ਜੀ ਕਹਿੰਦੇ ਇਹ ਚਟਣੀ ਹੈ ਜਿਹੜੀ ਇਸ ਤ੍ਰਿਸ਼ਨਾ ਬਾਸ਼ਨਾਵਾਂ ਦੀ ਖੰਘ ਨੂੰ ਨਾਸ਼ ਕਰ ਦਿੰਦੀ ਹੈ। ਕਾਮ ਕ੍ਰੋਧ ਅਰ ਮੋਹ ਤ੍ਰੈ ਦੁਖੂ। ਵੈਦ ਜਿਹੜੇ ਕਾਮ ਕ੍ਰੋਧ ਮੋਹ ਇਹ ਬਹੁਤ ਵੱਡੇ ਤ੍ਰੈ ਦੋਖ ਹਨ। ਜਿਨ ਸਭ ਜੀਵਨ ਕੀ ਸੁਧ ਸੋਖੂ। ਜਿਨ੍ਹਾਂ ਨੇ ਜੀਵਨ ਦੀ ਸਾਰੀ ਸੋਝੀ ਸੁਧ ਨੂੰ ਸੋਖ ਲਿਆ ਹੈ। ਸਤਿਗੁਰ ਬਚਨ ਤਾਂਬੇ ਸਰ ਪਰੀ। ਜਿਹੜੇ ਵੈਦ ਹਰਦਾਸ ਇਹ ਦੋਖ ਨੇ ਨਾ, ਇਹਨਾਂ ਦੇ ਉੱਤੇ ਸਤਿਗੁਰੂ ਦਾ ਬਚਨ ਜਿਵੇਂ ਤਾਂਬੇਸ਼ਰ ਪਰੀ, ਤਾਂਬੇਸ਼ਰ ਪੁਰੀ, ਹਾਂ ਸਤਿਗੁਰ ਬਚਨ ਤਾਂਬੇਸ਼ਰ ਪੂਰੀ। ਸਤਿਗੁਰੂ ਦੇ ਜਿਹੜੇ ਬਚਨ ਨੇ ਇਹ ਜਿਵੇਂ ਪੁਰਾਣੇ ਸਮੇਂ ਵਿੱਚ ਭਸਮ ਬਣਾ ਲੈਂਦੇ, ਇਹ ਜਾਣ ਵੀ ਤਾਂਬੇ ਦੀ ਬਣਾਈ ਹੋਈ ਭਸਮ ਦੀ ਪੁੜੀ ਹੈ। ਨਿਤ ਸੇਵੈ ਹਿਤ ਸੋਹ ਦੂਰੀ। ਜਿਹੜਾ ਨਿਤ ਸੇਵਦਾ ਭਾਵ ਨਿਤ ਸਤਿਗੁਰੂ ਦੇ ਬਚਨਾਂ ਨਾਲ ਜੁੜਦਾ ਹੈ ਨਾ, ਹਿਤ ਸੋਹ ਦੂਰੀ, ਪ੍ਰੇਮ ਸਹਿਤ ਫਿਰ ਇਹ ਕਾਮ ਕ੍ਰੋਧ ਮੋਹ ਤ੍ਰੈ ਦੋਖ ਵੀ ਉਸ ਦੇ ਦੂਰ ਹੋ ਜਾਂਦੇ ਹਨ। ਬਚਨ ਬਲਨ ਰੋਗ ਕਰ ਹੀ ਪਰ ਨਿੰਦਾ। ਫਿਰ ਮਹਾਰਾਜ ਕਹਿੰਦੇ ਅੰਦਰ ਇੱਕ ਬਦਨ ਰੋਗ ਹੈ, ਉਲਟੀ ਦਾ ਬਲਨ ਰੋਗ ਕਹਿੰਦੇ ਨੇ। ਇਹ ਹੈ ਪਰਾਈ ਨਿੰਦਿਆ ਕਰਨੀ, ਕਿ ਕਿਸੇ ਦੀ ਨਿੰਦਿਆ ਕਰੇ। ਉਹ ਕੀ ਹੈ? ਉਲਟੀ ਹੋਈ ਹੈ ਨਾ, ਕਿਸੇ ਦਾ ਗੰਦ ਲਿਆ ਕੇ ਕਿਸੇ ਦੇ ਹੋਰ ਦੇ ਉੱਤੇ ਸੁੱਟਣਾ। ਨਿੰਦਾ ਜਿਹੜੀ ਹੈ ਇਹ ਤਾਂ ਮੈਲ ਹੈ ਨਾ, ਤੇ ਉਹ ਮੈਲ ਲਿਆ ਕੇ, ਇਹਦਾ ਭਾਵ ਕੀ ਹੈ? ਕੋਈ ਨਿੰਦਾ ਕਰੇ ਉਹਨੂੰ ਕਹੇ ਭਾਈ ਆਪਦੀ ਉਲਟੀ ਆਪਦੇ ਅੰਦਰ ਸਾਂਭ ਕੇ ਰੱਖ, ਮੇਰੇ ਤੇ ਕਿਉਂ ਕਰਦਾ ਹੈ? ਇਸ ਤਰ੍ਹਾਂ ਬਲਨ ਰੋਗ ਕਰ ਹੀ ਪਰ ਨਿੰਦਾ। ਜਿਹੜੀ ਪਰਾਈ ਨਿੰਦਿਆ ਕਰਦੇ ਬਲਨ ਰੋਗ ਹੈ। ਹਟ ਹੈ ਲਖੈ ਸਭ ਤੇ ਨਿਜ ਮੰਦਾ। ਇਹ ਵੀ ਹਟ ਜਾਂਦੀ ਹੈ ਜਦੋਂ ਇਹ ਜਾਣ ਲੈ ਮੈਂ ਸਭ ਨਾਲੋਂ ਮੰਦਾ ਹਾਂ। ਅਸ ਬਿਦ ਕੀਰ ਜੋ ਸੋ ਮਨ ਪੂਰਨ। ਇਸ ਤਰ੍ਹਾਂ ਦੇ ਨਾਲ ਹੈ ਜਿਹੜੇ ਉਹ ਮਨ ਕਰਕੇ ਪੂਰਨ। ਮਿਟ ਹੈ ਸੇਵ ਗੁਰ ਪਦ ਰਜ ਚੂਰਨ। ਭਾਈ ਗੁਰੂ ਦੀ ਸੇਵਾ ਕਰੇ, ਗੁਰੂ ਦੇ ਚਰਨ ਧੂੜ ਦੇ ਨਾਲ ਇਹ ਸਾਰੇ ਰੋਗ ਮਿਟ ਜਾਂਦੇ ਹਨ। ਕਮਲ ਬਦਨ ਤੇ ਬਚਨ ਸੁਨੇ ਜਬ। ਕਮਲ ਵਰਗੀ ਮੁਖ ਤੋਂ ਜਦੋਂ ਇਹ ਬਚਨ ਸੁਣੇ। ਵੈਦ ਵਿਚਛਨ ਨਮਰ ਪਇਓ ਤਬ। ਵਿਚਛਨ ਕਹੀਏ ਸਿਆਣਾ ਵੈਦ, ਫਿਰ ਉਸ ਸਮੇਂ ਨਿਮਰਤਾ ਵਿੱਚ ਆ ਗਿਆ। ਨਿਜ ਮਨ ਕੋ ਮਨ ਸਭ ਹੋਏ ਤਬ ਹੀ। ਹੁਣ ਆਪਣੇ ਮਨ ਵਿੱਚ ਹੀ ਫਿਰ ਨਿਆਂਕਾਰੀ ਹੋਇਆ। ਕਹੇ ਜੋ ਰੁਜ ਲੱਖ ਲੀਨੇ ਸਭ ਹੀ। ਜਿਹੜੇ ਰੋਗ ਕਹੇ ਸਤਿਗੁਰਾਂ ਨੇ ਉਹਨੇ ਸਾਰੇ ਅੰਦਰ ਜਾਣ ਲਏ। ਕਰ ਬੇ ਬੰਦਤ ਬਿਨੈ ਬਖਾਨੀ। ਫਿਰ ਹਾਂ ਕਰ ਬੇ ਬੰਦਤ, ਬੇ ਕਹੀਏ ਦੋ, ਕਰ ਨਾਮ ਹੱਥਾਂ, ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ। ਹਉ ਹੇਰਿਓ ਹੋ ਕਰ ਅਣਜਾਨੀ। ਮਹਾਰਾਜ ਮੈਂ ਤਾਂ ਤੁਹਾਡੀਆਂ ਨਬਜ਼ਾਂ ਵੇਖਣ ਲੱਗ ਗਿਆ, ਮੈਂ ਤਾਂ ਅਣਜਾਣ ਸੀ, ਮੈਨੂੰ ਨਹੀਂ ਸੀ ਇਸ ਗੱਲ ਦਾ ਪਤਾ। ਮੈਂ ਤੁਹਾਡਾ ਇਲਾਜ ਕੀ ਕਰਨਾ, ਤੁਸੀਂ ਤੇ ਸਾਰਿਆਂ ਦੇ ਵੈਦ ਹੋ। ਜਸ ਇੱਛਾ ਕਰੀਏ ਤਸ ਲੀਲਾ। ਜਿਹੋ ਜੀ ਮਹਾਰਾਜ ਤੁਹਾਡੀ ਇੱਛਾ ਹੋਏ ਜੀਆਂ ਕੌਤਕ ਲੀਲਾ ਕਰੋ। ਮਹਾਪੁਰਖ ਤੁਮ ਗੁਣੀ ਗਹੀਲਾ। ਤੁਸੀਂ ਤੇ ਬਹੁਤ ਵੱਡੇ ਮਹਾਪੁਰਖ ਗੁਣਿਆਂ ਦੇ ਘਰ ਹੋ। ਤੁਮਰੇ ਬਚਨ ਮੋਹੇ ਅਵਿਦਿਆ। ਤੁਹਾਡੇ ਜਿਹੜੇ ਬਚਨ ਨੇ ਮੇਰੇ ਅੰਦਰ ਦੀ ਜਿਹੜੀ ਵਿਦਿਆ ਗਿਆਨਤਾ ਸੀ। ਬਾਣ ਲੱਛ ਜਿਸ ਜਿਮ ਕੀਨੀ ਭਿੱਦਿਆ। ਜਿਵੇਂ ਕੋਈ ਬਾਣ ਕਿਸੇ ਦੇ ਤੀਰ ਮਾਰ ਕੇ ਉਹਨੂੰ ਭਿੱਦ ਦਈਏ, ਬਿੰਨ ਦਈਏ, ਇਸ ਤਰ੍ਹਾਂ ਮੇਰੇ ਅੰਦਰੋਂ ਵਿਦਿਆ ਨੂੰ ਬਿੰਨਤਾ, ਨਾਸ਼ ਕਰ ਦਿੱਤਾ। ਰੋਗੀ ਹੋਵੇ ਬਹੁਤ ਅਰੋਗੀ। ਸਤਿਗੁਰੂ ਸੱਚੇ ਪਾਤਸ਼ਾਹ ਕਿੱਡੇ ਵੀ ਰੋਗੀ ਨੇ, ਤੁਹਾਡੇ ਇਸ ਤਰ੍ਹਾਂ ਦੇ ਬਚਨ ਸੁਣ ਕੇ ਬੇਅੰਤ ਅਰੋਗੀ ਹੋ ਜਾਂਦੇ ਹਨ। ਤੁਮਰੀ ਸਰਨ ਤੇ ਮਿਟ ਹੈ ਸੋਗੀ। ਮਹਾਰਾਜ ਜਿਨ੍ਹਾਂ ਨੇ ਤੁਹਾਡੀ ਸਰਨ ਤੱਕ ਲਈ ਉਹਨਾਂ ਦੇ ਸਾਰੇ ਸੋਗ ਮਿਟ ਗਏ। ਅਬ ਮੁਝ ਪਰ ਇਹੋ ਕਰੁਣਾ ਕਰੀਏ। ਹੁਣ ਮੇਰੇ ਤੇ ਮਹਾਰਾਜ ਜੀ ਕਿਰਪਾ ਕਰੋ। ਮਨ ਕੋ ਰੋਗ ਸਗਲ ਪਰ ਹਰੀਏ। ਇਹ ਜਿਹੜੇ ਤੁਸੀਂ ਮਨ ਦੇ ਰੋਗ ਦੱਸੇ ਆ ਸਾਰੇ ਨਾਸ਼ ਕਰ ਦਿਓ। ਸ੍ਰੀ ਗੁਰ ਕਹਿਓ ਕਰੋ ਸਤ ਸੰਗਾ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਵੈਦ ਹਰਦਾਸ ਭਾਈ ਸਤਸੰਗ ਕਰਿਆ ਕਰ। ਦਿਨ ਥੋਰਨ ਮਹਿ ਹੋਵਤ ਭੰਗਾ।
ਥੋੜੇ ਦਿਨਾਂ ਵਿੱਚ ਹੀ ਫਿਰ ਇਹ ਮਨ ਦੇ ਰੋਗ ਨਾਸ਼ ਹੋ ਜਾਣਗੇ। ਮਨ ਸੁਖ ਪਾਏ ਕਰੀ ਪਗ ਬੰਧਨ। ਵੈਦ ਹਰਦਾਸ ਨੇ ਮਨ ਵਿੱਚ ਸੁਖ ਪਾ ਕੇ ਮਹਾਰਾਜ ਨੂੰ ਬੰਦਨਾ ਕੀਤੀ। ਮਹਿਮਾ ਜਾਨੀ ਕੁਮਤ ਨਿਕੰਦਨ। ਖੋਟੀ ਮੱਤ ਦਾ ਨਾਸ਼ ਕਰਨ ਵਾਲੇ, ਖੋਟੀ ਮੱਤ ਨੂੰ ਕੱਟਣ ਵਾਲੇ ਸਤਿਗੁਰਾਂ ਦੀ ਮਹਿਮਾ ਉਹਨੇ ਜਾਣ ਲਈ। ਗਇਓ ਸਦਨ ਸੇਵਿਓ ਸਤ ਸੰਗਾ। ਘਰ ਚਲਿਆ ਗਿਆ ਉਹ ਭਾਈ ਸਤਸੰਗ ਕਰਦਾ, ਸਤਸੰਗ ਸੰਗੀ ਬਣ ਗਿਆ। ਮੋਖ ਉਚਿਤ ਭਾ ਔਰ ਭ੍ਰਮ ਭੰਗਾ। ਉਚਿਤ ਮੋਖ ਕੇਵਲ ਮੁਕਤੀ ਦੀ ਉਹ ਪ੍ਰਾਪਤੀ ਕਰ ਗਿਆ। ਜਿਹੜੇ ਭਰਮ ਸਨ ਉਹਦੇ ਨਾਸ਼ ਹੋ ਗਏ। ਦੋਹਰਾ ਅਸ ਵਿਦ ਵੈਦ ਉਧਾਰ ਕਰ। ਸ੍ਰੀ ਗੁਰ ਕਰੁਣਾ ਖਾਨ। ਇਸ ਤਰ੍ਹਾਂ ਭਾਈ ਵੈਦ ਹਰਦਾਸ ਦਾ ਉਧਾਰ ਕਰਕੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਿਰਪਾ ਦੇ ਖਾਨ। ਸਦਾ ਬਦਨ ਤੇ ਨਾਮ ਜਪ ਧਰ ਹੋ ਹਿਰਦੈ ਨਿਤ ਧਿਆਨ। ਕਹਿੰਦੇ ਐਸੇ ਕਿਰਪਾ ਦੇ ਘਰ ਸਤਿਗੁਰੂ ਦਾ ਸਦਾ ਬਦਨ ਤੇ ਨਾਮ। ਮੈਂ ਤੇ ਸਦਾ ਹੀ ਮੁਖੋਂ ਨਾਮ ਜਪਦਾ ਹੈ। ਸੰਤ ਰੇਣ ਪ੍ਰੇਮ ਸਿੰਘ ਜੀ ਕਹਿੰਦੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦਾ ਹਿਰਦੇ ਵਿੱਚ ਮੈਂ ਹਮੇਸ਼ਾ ਧਰ ਹੋ ਹਿਰਦੈ ਨਿਤ ਧਿਆਨ, ਹਮੇਸ਼ਾ ਧਿਆਨ ਧਰਦਾ ਹਾਂ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ ਪ੍ਰਥਮ ਮਹੱਲੇ। ਇਹ ਭਾਈ ਗੁਰਪੁਰ ਪ੍ਰਕਾਸ਼ ਗ੍ਰੰਥ ਦਾ ਪਹਿਲੇ ਮਹੱਲੇ ਵਿੱਚ ਵੈਦ ਪ੍ਰਸੰਗ ਵਰਣਨ, ਜੋ ਇਹ ਵੈਦ ਹਰਦਾਸ ਦਾ ਪ੍ਰਸੰਗ ਵਰਣਨ ਕੀਤਾ ਹੈ। ਨਾਮ ਨਵਮੋ ਮੰਦਰ ਹੈ। ਇਹ ਕਹਿੰਦੇ ਭਾਈ ਇਸ ਪਹਿਲੇ ਮਹੱਲੇ ਦਾ 9ਵਾਂ ਘਰ ਜਾਣ ਲਓ। ਆਓ ਹੁਣ ਟਾਈਮ ਹੋ ਗਿਆ ਹੈ ਸਮਾਪਤੀ ਦਾ। ਭੁੱਲ ਚੁੱਕ ਦੀ ਖਿਮਾ ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ ਜਿਹੜੇ ਸੂਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।